ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਦੌਰਾਨ ਇਸ ਵਕਤ ਜਿਹੜੇ ਫੈਡਰਲ ਉਮੀਦਵਾਰ ਨੇ ਪੂਰੇ ਕੈਨੇਡਾ 'ਚ ਘੁੰਮ ਕੇ ਚੋਣ ਪ੍ਰਚਾਰ ਕਰ ਰਹੇ ਆ ਤੇ ਅੱਜ ਅਸੀਂ ਖੜੇ ਆ ਬਰਨਵੀ ਦੇ ਵਿੱਚ ਜਿੱਥੇ ਜਗਮੀਤ ਸਿੰਘ ਪਹੁੰਚੇ ਐਨਡੀਪੀ ਪਾਰਟੀ ਲੀਡਰ ਜੋ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਇਸ ਵਕਤ ਇਲੈਕਸ਼ਨ ਲੜ ਰਹੇ ਨੇ ਔਰ ਇਸ ਦੌਰਾਨ ਉਹਨਾਂ ਨੇ ਪੰਜਾਬੀ ਮੀਡੀਆ ਨਾਲ ਖਾਸ ਕਰਕੇ ਗੱਲਬਾਤ ਕੀਤੀ ਔਰ ਜਿਹਦੇ ਵਿੱਚ ਉਹਨਾਂ ਨੇ ਵੱਖ-ਵੱਖ ਮੁੱਦੇ ਉੱਤੇ ਗੱਲਬਾਤ ਕੀਤੀ। ਵੱਖ-ਵੱਖ ਮੁੱਦਿਆਂ ਉੱਤੇ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ, ਉਹਨਾਂ ਦੇ ਪਿਛਲੇ 6 ਸਾਲ ਦਾ ਜਿਹੜਾ ਕਾਰਜਕਾਲ ਆ ਉਹਦੇ ਉੱਤੇ ਸਵਾਲ ਖੜੇ ਕੀਤੇ ਅਤੇ ਇਹਦੇ ਨਾਲ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਉੱਤੇ ਵੀ ਕਈ ਸਵਾਲ ਜਿਹੜੇ ਉਹ ਖੜੇ ਕੀਤੇ ਅਤੇ ਨਾਲ ਹੀ ਨਾਲ ਆਪਣੇ ਜਿਹੜੇ ਚੋਣ ਮੈਨੀਫੈਸਟੋ 'ਚ ਵਾਅਦੇ ਆ ਉਹੀ ਯਾਦ ਕਰਵਾਏ, ਉਹਨਾਂ ਦਾ ਜ਼ਿਕਰ ਵੀ ਕੀਤਾ। ਸੋ ਇਸ ਦੌਰਾਨ ਜਿਹੜੀ ਆ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਆ, ਜੋ ਵਾਅਦੇ ਕੀਤੇ ਆ, ਖਾਸ ਕਰਕੇ ਜਿਸ ਤਰੀਕੇ ਨਾਲ ਪਿਛਲੀ ਵਾਰ ਕਿਹਾ ਜਾ ਰਿਹਾ ਸੀ ਕਿ ਜਗਮੀਤ ਸਿੰਘ ਕਿੰਗ ਮੇਕਰ ਬਣਨਗੇ, ਹਾਲਾਂਕਿ ਹਾਲਾਤ ਇਸ ਵਕਤ ਇਹੀ ਨਜ਼ਰ ਆ ਰਹੇ ਆ। ਪਰ ਜਗਮੀਤ ਸਿੰਘ ਕਹਿ ਰਹੇ ਆ ਕਿ ਉਹ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਨੇ, ਪ੍ਰਧਾਨ ਮੰਤਰੀ ਬਣਨ ਲਈ ਉਹ ਚੋਣ ਲੜ ਰਹੇ ਨੇ ਔਰ ਉਹ ਇਸ ਤਰੀਕੇ ਨੂੰ ਬਿਲਕੁਲ ਨਹੀਂ ਦੇਖ ਰਿਹਾ ਕਿ ਉਹ ਕਿਹਦੇ ਨਾਲ ਮਿਲ ਕੇ ਸਰਕਾਰ ਬਣਾਉਣਗੇ। ਉਹ ਕਹਿੰਦੇ ਕਿ ਐਨਡੀਪੀ ਆਪਣੀ ਸਰਕਾਰ ਬਣਾਉਣ ਲਈ ਇਹ ਇਲੈਕਸ਼ਨ ਲੜ ਰਹੀ ਆ। ਸੋ ਇਸ ਤਰ੍ਹਾਂ ਉਹਨਾਂ ਨੇ ਹੋਰ ਕੀ ਕਿਹਾ, ਕਿਹੜੇ ਵਾਅਦੇ ਕੀਤੇ, ਕਿਹੜੇ ਸਵਾਲਾਂ ਦੇ ਜਵਾਬ ਦਿੱਤੇ, ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ। ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ, ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। It's a great honor to have you all here today. I really want to just let you know how this is important. ਮੇਰੇ ਲਈ ਤਾਂ ਬਹੁਤ ਜ਼ਰੂਰੀ ਆ ਕਿ ਹਰੇਕ ਨਾਲ ਗੱਲਬਾਤ ਕਰਨੀ, ਖਾਸ ਕਰਕੇ ਹਰੇਕ ਐਥਨਿਕ ਮੀਡੀਆ ਨਾਲ। ਤੇ ਅੱਜ ਮੈਨੂੰ ਬਹੁਤ ਮਾਣ ਹੈ ਕਿ ਆਪਾਂ ਪੰਜਾਬੀ 'ਚ ਵੀ ਗੱਲ ਕਰ ਸਕਦੇ ਹਾਂ। ਸੋ ਜੇ ਕਿਸੇ ਦਾ ਕੋਈ ਵੀ ਸਵਾਲ ਪੰਜਾਬੀ 'ਚ ਹੋਵੇ ਤੁਸੀਂ ਪੰਜਾਬੀ 'ਚ ਪੁੱਛ ਸਕਦੇ ਹੋ, ਜੇ ਤੁਸੀਂ ਅੰਗਰੇਜ਼ੀ 'ਚ ਚਾਹੁੰਦੇ ਹੋ ਅੰਗਰੇਜ਼ੀ ਵੀ ਠੀਕ ਹੈ। ਇਸ ਇਲੈਕਸ਼ਨ ਵਿੱਚ ਤੁਹਾਡੇ ਕੋਲ ਇੱਕ ਚੋਇਸ ਹੈ ਕਿ ਜਾਂ ਤੁਸੀਂ ਜਸਟਿਨ ਟਰੂਡੋ ਨੂੰ ਫਿਰ 4 ਸਾਲ ਦੇ ਸਕਦੇ ਹੋ, ਜੋ ਮੈਂ ਕਹਿੰਦਾ ਲੋਕਾਂ ਦੀ ਜੋ ਲੋੜਾਂ ਨੇ ਪੂਰੀਆਂ ਨਹੀਂ ਹੋਣਗੇ। ਉਹਨੇ ਆਲਰੇਡੀ ਕਰਕੇ ਦਿਖਾਇਆ ਕਿ ਉਹ ਜਿਹੜੇ ਸਭ ਤੋਂ ਅਮੀਰ ਬੰਦੇ ਨੂੰ ਖੁੱਲ੍ਹੀ ਛੁੱਟੀ ਦਿੰਦਾ ਅਤੇ ਆਮ ਬੰਦੇ ਨੂੰ ਔਖਾ ਹੁੰਦਾ। ਜਾਂ ਫਿਰ ਤੁਸੀਂ ਐਨਡੀਪੀ ਨੂੰ ਵੋਟ ਪਾ ਸਕਦੇ ਹੋ ਅਤੇ ਐਨਡੀਪੀ ਦਾ ਆਪਣਾ ਮਕਸਦ ਹੈਗਾ ਕਿ ਆਮ ਲੋਕਾਂ ਦੀ ਮਦਦ। ਆਪਾਂ ਧਿਆਨ ਦੇ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਅਮੀਰ ਕਾਰਪੋਰੇਸ਼ਨਸ ਉਹ ਆਪਣਾ ਪੂਰਾ ਹਿੱਸੇ ਦੇਣ ਤਾਂ ਕਿ ਆਪਾਂ ਆਮ ਲੋਕਾਂ 'ਚ ਇਨਵੈਸਟ ਕਰ ਸਕਦੇ ਹਾਂ, ਸਿਹਤ ਸੇਵਾਵਾਂ ਨੂੰ ਹੋਰ ਵਧੀਆ ਬਣਾ ਸਕਦੇ ਹਾਂ। ਜਿਹੜੇ ਘਰ ਖਰੀਦਣ ਦਾ ਕ੍ਰਾਈਸਿਸ ਚੱਲ ਰਿਹਾ ਉਹਦਾ ਆਪਾਂ ਹੱਲ ਕਰ ਸਕਦੇ ਹਾਂ। ਸੋ ਇਹ ਤੁਹਾਡੇ ਕੋਲ ਇਹ ਆਪਾਂ ਲੋਕਾਂ ਨੂੰ ਪੇਸ਼ ਕਰ ਰਹੇ ਹਾਂ ਕਿ ਇਹ ਤੁਹਾਡੇ ਕੋਲ ਚੋਇਸਿਸ ਹੈਗੇ ਅਤੇ ਇਹਦੇ ਨਾਲ ਹੁਣ ਆਪਾਂ ਤਿਆਰ ਹਾਂ ਕਿ ਤੁਹਾਡੇ ਸਵਾਲਾਂ ਲਈ। With that being said, we're ready for any questions that you might have. Again, thank you so much for being here. ਬਹੁਤ ਧੰਨਵਾਦ ਅਤੇ ਮਿਹਰਬਾਨੀ ਅਤੇ ਜੀ ਆਇਆਂ ਨੂੰ ਸਾਰਿਆਂ ਨੂੰ। ਕੰਜ਼ਰਵੇਟਿਵ ਨੂੰ ਜ਼ਿਆਦਾ ਸੀਟਾਂ ਮਿਲ ਜਾਂਦੀਆਂ, ਕੋਈ ਵੀ ਕਿਸੇ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਦੀ। ਜੇ ਕੰਜ਼ਰਵੇਟਿਵ ਨੂੰ ਜ਼ਿਆਦਾ ਸੀਟਾਂ ਮਿਲ ਜਾਂਦੀਆਂ ਤਾਂ ਐਨਡੀਪੀ ਦੀ ਕੀ ਪੋਜੀਸ਼ਨ ਹੋਏਗੀ, ਉਹਨਾਂ ਦੀ ਹੈਲਪ ਕਰੇਗੀ ਜਾਂ ਕਿਸ ਤਰ੍ਹਾਂ ਕਰੇਗੀ? ਜੀ ਮਿਹਰਬਾਨੀ ਸਵਾਲ ਲਈ। ਤਾਂ ਮੈਂ ਇਸ ਸਵਾਲ ਦਾ ਜਵਾਬ ਦਊਂਗਾ, ਪਰ ਮੈਂ ਇਹਨੂੰ ਕਲੀਅਰਫਾਈ ਕਰਨਾ ਪੈਣਾ ਕਿਉਂਕਿ ਮੈਂ ਆਪਣਾ ਹਾਰ ਨਹੀਂ ਮੰਨਣਾ। ਆਪਾਂ ਇਲੈਕਸ਼ਨ 'ਚ ਹੈਗੇ ਹਾਂ, ਚੋਣਾਂ 'ਚ ਹੈਗੇ ਹਾਂ ਅਤੇ ਆਪਾਂ ਕਿਉਂ ਹਾਰ ਮੰਨਾਂ? ਲੋਕਾਂ ਨੇ ਆਪਣਾ ਲੋਕ ਫੈਸਲੇ ਕਰਨਗੇ। ਪਰ ਇਸ ਵਕਤ ਮੈਂ ਪ੍ਰਧਾਨ ਮੰਤਰੀ ਦੀ ਦੌੜ 'ਚ ਹੈਗਾ। ਮੈਂ ਅਗਲੇ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਤਾਂ ਕਿ ਆਪਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਕਰ ਸਕਦੇ ਹਾਂ। ਅਤੇ ਮੇਰਾ ਪੋਜੀਸ਼ਨ ਇਹ ਹੈਗਾ, ਭਾਵੇਂ ਜਸਟਿਨ ਟਰੂਡੋ ਹੋਵੇ ਉਹ ਜਿਹੜੇ ਲੋਕਾਂ ਦੀ ਮੰਗਾਂ ਨੇ ਉਹ ਪੂਰੀ ਨਹੀਂ ਕੀਤਾ ਹੁਣ ਤੱਕ ਅਤੇ ਨਹੀਂ ਕਰੂਗਾ। ਅਤੇ ਜੇ ਕੰਜ਼ਰਵੇਟਿਵ ਵੀ ਆਇਆ ਉਹ ਵੀ ਲੋਕਾਂ ਦੇ ਜੋ ਲੋੜਾਂ ਨੇ ਉਹ ਪੂਰੀਆਂ ਨਹੀਂ ਕਰਨਗੇ। ਅਤੇ ਆਪਾਂ ਦੋਨਾਂ ਦੇ ਟਰੈਕ ਰੈਕਡ ਦੇਖਿਆ ਅਤੇ ਦੋਨਾਂ ਨੇ ਇੱਕ ਐਗਜ਼ਾਮਪਲ ਆਪਾਂ ਦਿੰਦੇ ਹਾਂ। ਸਿਹਤ ਸੇਵਾਵਾਂ ਦੇ ਵਿੱਚ ਹਾਰਪਰ ਨੇ ਕਟੌਤੀਆਂ ਲੈ ਕੇ ਆਏ ਅਤੇ ਟਰੂਡੋ ਨੂੰ ਇਹ ਕਟੌਤੀਆਂ ਦੀ ਸਖਤ ਨਿਖੇਧੀ ਕੀਤੀ। ਨਿਖੇਧੀ ਕਰਦੇ ਜਦੋਂ ਆਪ ਪ੍ਰਧਾਨ ਮੰਤਰੀ ਬਣਿਆ ਉਹੀ ਜਿਹੜੇ ਹਾਰਪਰ ਦਾ ਪਲਾਨ ਆਪ ਮੌਜੂਦਾ ਰੱਖਿਆ, ਉਹੀ ਪਲਾਨ ਨੂੰ ਜਾਰੀ ਰੱਖਿਆ। ਸੋ ਲੋਕਾਂ ਨੂੰ ਦੋਨੇ ਪਾਰਟੀਆਂ ਪੱਖੋਂ ਨੁਕਸਾਨ ਪਿਆ। ਇਸ ਕਰਕੇ ਆਪਾਂ ਕਹਿ ਰਹੇ ਹਾਂ ਕਿ ਲੋਕਾਂ ਨੂੰ ਲਿਬਰਲ ਅਤੇ ਕੰਜ਼ਰਵੇਟਿਵ ਦੇ ਬਜਾਏ ਐਨਡੀਪੀ ਨੂੰ ਵੋਟਾਂ ਪਾਉਣ ਅਤੇ ਆਪਾਂ ਲੋਕਾਂ ਦੀ ਸਹਾਇਤਾ ਕਰਾਂਗੇ। ਕਿ ਤੇਲ ਅਤੇ ਗੈਸ 'ਤੇ ਸਬਸਿਡੀ ਦਿੱਤੀ ਜਾਵੇਗੀ। ਗੌਰਮੈਂਟ ਠੀਕ ਹੈ, ਟੈਕਸਿਸ ਦੇ ਸਿਰ 'ਤੇ ਹੀ ਸਰਕਾਰ ਚੱਲਣੀ ਹੈ। ਜੇ ਟੈਕਸ ਵਾਲੇ ਪਾਸਿਓਂ ਪੈਸੇ ਘਟਾਈ ਗਏ ਅਤੇ ਫਿਰ ਜਿਹੜੇ ਨਵੇਂ ਪਲਾਨਸ ਤੁਸੀਂ ਦੱਸਿਆ ਇੰਨੇ ਘਰ ਬਿਲਡ ਕਰਨੇ, ਟੈਕਸ ਨਾ ਰਿਹਾ ਅਤੇ ਫਿਰ ਪਲਾਨਸ ਨੂੰ ਕਿੱਦਾਂ ਐਗਜ਼ੀਕਿਊਟ ਕੀਤਾ ਜਾਊਗਾ? ਉਹਦੇ ਲਈ ਰੋਡ ਪਲਾਨ ਕੀ ਐਨਡੀਪੀ ਕੋਲੋਂ? ਅਤੇ ਦੂਸਰੇ ਨੰਬਰ ਦੇ ਉੱਤੇ ਨਾਲ ਹੀ ਜਿਹੜੇ ਕ੍ਰਾਈਸਿਸ ਦੇ ਥਰੂ ਲੰਘਿਆ ਉਹ ਇੱਕ ਵਾਰੀ ਪੰਜਾਬੀ 'ਚ ਜ਼ਰੂਰ ਐਕਸਪਲੇਨ ਕਰ ਦਿਓ ਕਿ ਐਨਡੀਪੀ ਉਹਦੇ ਵਿੱਚੋਂ ਕਿੱਦਾਂ ਨਿਕਲੇਗੀ, ਕੀ ਪਲਾਨ ਉਹਦੇ ਵਾਸਤੇ? ਜੀ ਜ਼ਰੂਰ, ਮਿਹਰਬਾਨੀ। ਪਹਿਲਾਂ ਤਾਂ ਮੈਂ ਥੋੜ੍ਹੀ ਜਿਹੀ ਗੱਲ ਸਾਫ਼ ਕਰਦਾ। ਇਸ ਵਕਤ ਲਿਬਰਲ ਸਰਕਾਰ ਅਤੇ ਪਿਛਲੇ ਕੰਜ਼ਰਵੇਟਿਵ ਸਰਕਾਰ ਜਿਹੜੇ ਤੇਲ ਵਾਲੇ ਕੰਪਨੀਜ਼ ਨੂੰ ਸਬਸਿਡੀ ਦੇ ਰਹੇ ਨੇ ਅਤੇ ਟਰੂਡੋ ਨੇ ਆਪ ਕਿਹਾ ਸੀਗਾ, ਜਸਟਿਨ ਟਰੂਡੋ ਨੇ ਕਿਹਾ ਕਿ ਆਪਾਂ ਉਹ ਸਬਸਿਡੀਜ਼ ਨੂੰ ਖਤਮ ਕਰਾਂਗੇ
ਪਰ ਖਤਮ ਕਰਨ ਦੇ ਬਜਾਏ ਉਹ ਸਬਸਿਡੀ ਕੀ ਆ ਕਿ ਅਸਲ 'ਚ ਉਹ ਪੈਸੇ ਸਰਕਾਰ ਵੱਲੋਂ ਪੈਸੇ ਦਿੰਦੇ ਨੇ ਇਸ ਸੈਕਟਰਾਂ ਨੂੰ, ਇਸ ਇੰਡਸਟਰੀ ਨੂੰ, ਤੇਲ ਵਾਲੇ ਇੰਡਸਟਰੀ ਨੂੰ ਪੈਸੇ ਸਰਕਾਰੀ ਪੈਸੇ ਦੇ ਰਹੇ ਸੀਗੇ। ਉਹਨੇ ਆਪ ਕਿਹਾ ਸੀ ਕਿ ਮੈਂ ਬੰਦ ਕਰੂੰਗਾ, ਪਰ ਬੰਦ ਕਰਨ ਦੇ ਬਜਾਏ ਉਹਨਾਂ ਨੇ ਵਧਾਏ ਤਕਰੀਬਨ $900 ਮਿਲੀਅਨ ਸਬਸਿਡੀਜ਼ ਵਧਾਏ, ਮਤਲਬ ਸਰਕਾਰ ਵੱਲੋਂ ਫ੍ਰੀ ਪੈਸੇ ਕਹਿ ਲਓ। ਅਤੇ ਆਪਾਂ ਉਹਨੂੰ ਰੋਕਣਾ ਚਾਹੁੰਦੇ ਹਾਂ, ਆਪਾਂ ਬੰਦ ਕਰਨਾ ਚਾਹੁੰਦੇ ਹਾਂ, ਕਿਉਂਕਿ ਆਪਾਂ ਇਹ ਨਹੀਂ ਸਮਝਦੇ ਕਿ ਇਹ ਗੱਲ ਸਹੀ ਹੈ ਕਿ ਓਇਲ ਐਂਡ ਗੈਸ ਜਿਹੜੀ ਸੈਕਟਰ ਨੂੰ ਸਰਕਾਰ ਵੱਲੋਂ ਪੈਸੇ ਦਿੱਤਾ ਜਾਵੇ। ਆਪਾਂ ਕਹਿ ਰਹੇ ਕਿ ਇਹਨੂੰ ਬੰਦ ਕੀਤਾ ਜਾਵੇ ਅਤੇ ਉਹਦੇ ਬਜਾਏ ਆਪਾਂ ਪੈਸੇ ਜਿਹੜੇ ਰੀਨਿਊਏਬਲ ਐਨਰਜੀ ਆ, ਜਿੱਥੇ ਆਪਾਂ ਹਵੇ ਤੋਂ ਜਾਂ ਧੁੱਪ ਤੋਂ ਬਿਜਲੀ ਬਣਾ ਸਕਦੇ ਹਾਂ, ਉਹਦੇ 'ਚ ਆਪਾਂ ਇਨਵੈਸਟਮੈਂਟ ਕਰਨਾ ਚਾਹੁੰਦੇ ਹਾਂ। ਆਪਾਂ ਡਾਇਰੈਕਟਲੀ ਜਿਹੜੇ ਵਰਕਰਸ ਨੂੰ ਆਪਾਂ ਇਨਵੈਸਟ ਕਰਨਾ ਕਿ ਉਹਨੂੰ ਨੌਕਰੀਆਂ ਮਿਲਣ, ਅਤੇ ਇੱਥੇ ਆਪਾਂ ਜ਼ੋਰ ਦੇਣਾ ਚਾਹੁੰਦੇ ਹਾਂ। ਹੁਣ ਪੈਂਡੈਮਿਕ ਦੇ ਵਿੱਚ ਅਤੇ ਪੈਂਡੈਮਿਕ 'ਚੋਂ ਲੰਘਣਾ, ਉਹਦਾ ਜਿਹੜਾ ਜਵਾਬ ਹੈਗਾ, ਪਹਿਲਾਂ ਤਾਂ ਜਦੋਂ ਲੋਕਾਂ ਨੂੰ ਲੋੜ ਸੀ, ਮਦਦ ਦੀ ਲੋੜ ਸੀ, ਉਦੋਂ ਆਪਾਂ ਲੋਕਾਂ ਵਾਸਤੇ ਹੋਰ ਸਹਾਇਤਾ ਦਵਾਇਆ। ਪਹਿਲਾਂ ਸਰਕਾਰ ਮੰਨਦੇ ਨਹੀਂ ਸੀਗੇ ਕਿ ਸਰਬ ਦੇਣਾ, ਲਿਬਰਲ ਸਰਕਾਰ ਕਹਿੰਦੀ ਸੀ ਨਹੀਂ ਆਪਾਂ ਦੇਣਾ ਨਹੀਂ ਹੈਗਾ। ਆਪਾਂ ਬੜੇ ਜ਼ੋਰ ਨਾਲ, ਬੜੇ ਜੋਸ਼ ਨਾਲ ਪ੍ਰੈਸ਼ਰ ਪਾਇਆ ਕਿ ਨਹੀਂ, ਲੋਕਾਂ ਨੂੰ ਮਦਦ ਦੀ ਲੋੜ ਹੈ। ਫਿਰ ਉਹ ਆਪਣੀ ਗੱਲ ਮੰਨ ਲਈ। ਫਿਰ ਉਹ ਕਹਿੰਦੇ ਕਿ ਆਪਾਂ $1000 'ਤੇ ਕਰਦੇ ਹਾਂ। ਆਪਾਂ ਕਿ ਨਹੀਂ, $1000 ਨੇ ਕੰਮ ਨਹੀਂ ਸਰਨਾ। ਆਪਾਂ ਕਾਫੀ ਧੱਕੇ ਨਾਲ ਕਿਹਾ ਕਿ $2000 ਹੋਣਾ ਚਾਹੀਦਾ ਘੱਟੋ ਘੱਟ। ਸੋ ਆਪਾਂ $2000 ਦਵਾਇਆ। ਉਹਦੇ 'ਚ ਤਕਰੀਬਨ 8 ਮਿਲੀਅਨ ਕੈਨੇਡੀਅਨਸ ਨੂੰ ਮਦਦ ਮਿਲੀ ਹੈ, ਅਤੇ ਉਹਨੂੰ $1000 ਪਰ ਮਹੀਨਾ ਵੱਧ ਮਿਲੇ ਆ ਸਾਡੇ ਕਰਕੇ। ਆਪਾਂ ਲੋਕਾਂ ਵਾਸਤੇ ਇਹ ਦਵਾਇਆ ਤਾਂ ਕਿ ਲੋਕ ਆਪਣਾ ਗੁਜ਼ਾਰਾ ਪੂਰੇ ਕਰ ਸਕਣ ਜਦੋਂ ਲੋਕਡਾਊਨ ਹੋਈਆਂ ਸੀ ਅਤੇ ਲੋਕਾਂ ਦੇ ਨੌਕਰੀਆਂ ਚਲੇ ਗਏ ਸੀਗੇ। ਦੂਜੀ ਗੱਲ ਹੈ ਕਿ ਆਪਾਂ ਜਿਹੜੀ ਵੇਜ ਸਬਸਿਡੀ, ਸਾਨੂੰ ਪਤਾ ਸੀਗਾ ਕਿ ਲੋਕਾਂ ਦੀ ਨੌਕਰੀਆਂ ਨੂੰ ਖਤਰਾ ਹੋ ਸਕਦਾ। ਸੋ ਲੋਕਾਂ ਦੀ ਨੌਕਰੀ ਬਚਾਉਣ ਲਈ ਆਪਾਂ ਕਿਹਾ ਸੀ ਕਿ ਵੇਜ ਸਬਸਿਡੀ ਜਿਹੜਾ ਲਿਬਰਲ ਨੇ 10% 'ਤੇ ਸ਼ੁਰੂ ਕੀਤਾ, ਉਹ ਇਨਫ ਹੈ ਨਹੀਂ, ਉਹਦੇ ਨਾਲ ਕੰਮ ਨਹੀਂ ਬਣਨਾ ਕਿ ਲੋਕਾਂ ਦੀ ਜਿਹੜੀ ਨੌਕਰੀਆਂ ਆਪਾਂ ਬਚਾ ਨਹੀਂ ਸਕਦੇ। ਸੋ ਆਪਾਂ ਉਹਨੂੰ 75% 'ਤੇ ਲੈ ਕੇ ਆਏ। ਉਹਦੇ ਨਾਲ ਕਿੰਨੇ ਮਿਲੀਅਨਸ ਆਫ ਕੈਨੇਡੀਅਨਸ ਉਹਨਾਂ ਦੀ ਨੌਕਰੀਆਂ ਬਚ ਗਏ ਸੀ। ਆਪਾਂ ਵੀ ਇਹ ਵੀ ਲਿਆ ਸੀਗਾ ਕਿ ਜੇ ਲੋਕ ਬਿਮਾਰ ਹੁੰਦੇ ਕਿ ਫੈਡਰਲ ਖੇਤਰ ਤੋਂ ਉਹਨਾਂ ਨੂੰ ਪੇਡ ਸਿਕ ਲੀਵ ਮਿਲੇ। ਉਹਦੇ 'ਚ ਵੀ ਆਪਾਂ ਹੀ ਉਹਨੂੰ ਪੁਸ਼ ਕਰਕੇ ਉਹ ਦਵਾਇਆ। ਅਤੇ ਜਿਹੜੇ ਸਾਡੇ ਬੱਚੇ ਯੂਨੀਵਰਸਿਟੀ ਪੜ੍ਹਦੇ ਨੇ ਅਤੇ ਉਹਨਾਂ ਲਈ ਜਿਹੜੇ ਨੌਕਰੀਆਂ ਹੁੰਦੇ ਸੀਗੇ ਗਰਮੀਆਂ 'ਚ, ਮੈਂ ਵੀ ਉਦੋਂ ਗਰਮੀਆਂ ਦੇ ਵਿੱਚ ਨੌਕਰੀ ਕਰਦਾ ਹੁੰਦਾ ਸੀਗਾ ਜਦੋਂ ਮੈਂ ਸਕੂਲ 'ਚ ਨਹੀਂ ਸੀਗਾ। ਉਹ ਬੱਚਿਆਂ ਲਈ ਨੌਕਰੀ ਨਹੀਂ ਸੀਗੇ, ਪਰ ਉਹਨੂੰ ਸਰਬ ਲਈ ਅਪਲਾਈ ਕਰਨ ਦਾ ਹੱਕ ਨਹੀਂ ਸੀ, ਉਹਨੂੰ ਵੀ ਆਪਾਂ ਮਦਦ ਕੀਤੀ ਹੈ। ਇਹ ਸਾਰਾ ਕੁਛ ਆਪਾਂ ਕੀਤਾ। ਇਹ 'ਚੋਂ ਲੰਘਣਾ ਆਪਾਂ ਕਹਿੰਦੇ ਹਾਂ ਕਿ ਆਮ ਬੰਦਿਆਂ ਨੂੰ ਆਪਾਂ ਮਦਦ ਕਰਦੇ ਰਹਾਂਗੇ ਜਿਵੇਂ ਆਪਾਂ ਕਰ ਸਕਦੇ ਹਾਂ। ਸਮਾਲ ਬਿਜ਼ਨਸ ਨੂੰ ਆਪਾਂ ਮਦਦ ਕਰਨਾ ਚਾਹੁੰਦੇ ਹਾਂ। ਸਾਡਾ ਫਰਕ ਕੀ ਹੈਗਾ, ਆਪਾਂ ਬਿਲੀਅਨਰਸ, ਬਹੁਤ ਹੀ ਜ਼ਿਆਦਾ ਅਮੀਰ ਕੰਪਨੀਜ਼ ਤੋਂ ਉਹਨਾਂ ਦਾ ਜਿਹੜਾ ਬਣਦਾ ਹਿੱਸਾ ਲਵਾਂਗੇ ਤਾਂ ਕਿ ਆਪਾਂ ਫਿਰ ਆਮ ਬੰਦਿਆਂ 'ਚ ਇਨਵੈਸਟ ਕਰ ਸਕਦੇ ਹਾਂ। ਤੁਸੀਂ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚੋਂ ਤੁਸੀਂ ਜਿੱਦਾਂ ਖੁਦ ਦਾਅਵਾ ਕੀਤਾ, ਜੇ ਤੁਹਾਡੀ ਸਰਕਾਰ ਬਣਦੀ ਹੈ, ਤੁਸੀਂ ਪ੍ਰਾਈਮ ਮਿਨਿਸਟਰ ਬਣਦੇ ਹੋ, ਫੋਰਨ ਪੋਲਿਸੀ 'ਤੇ ਆਉਣਾ ਚਾਹੁੰਦਾ। ਅਫਗਾਨਿਸਤਾਨ ਦਾ ਇਸ਼ੂ ਹੈ। ਜਦੋਂ ਗੁਆਂਢ ਦੇ ਵਿੱਚ US ਦੇ ਵਿੱਚ ਪਹਿਲੇ ਪ੍ਰੈਜ਼ੀਡੈਂਟ ਹੁੰਦੇ ਸੀ, ਕੈਨੇਡਾ ਦੇ ਨਾਲ ਕੁਛ ਡਿਸਪਿਊਟ ਵੀ ਪੈਦਾ ਹੋਏ, ਕੁਛ ਫੈਸਲੇ ਜਿਹੜੇ ਉਹ ਇੱਧਰ ਉੱਧਰ ਹੁੰਦੇ ਰਹੇ। NDP ਦੀ ਫੋਰਨ ਪੋਲਿਸੀ ਕੀ ਹੋਏਗੀ? ਇੱਕ US ਦੇ ਨਾਲ ਸੰਬੰਧਾਂ ਦੇ ਰੂਪ 'ਚ, ਕਿਉਂਕਿ ਸਭ ਤੋਂ ਵੱਧ ਆਪਣਾ ਵਪਾਰ ਸਾਰਾ ਕੁਛ ਉੱਧਰ ਹੈ ਜੀ। ਦੂਸਰਾ, ਅਫਗਾਨਿਸਤਾਨ ਵਰਗੇ ਦੇਸ਼, ਕਿਉਂਕਿ ਅਸੀਂ ਬੇਸ਼ੱਕ ਬਹੁਤ ਦੂਰ ਹਾਂ, ਪਰ ਉੱਥੇ ਜੋ ਕੁਝ ਘੱਟ ਵਾਪਰ ਰਿਹਾ ਅਸੀਂ ਦੂਰ ਨਹੀਂ ਰਹਿ ਸਕਦੇ। ਚਾਹੇ ਉੱਥੇ ਨਾਟੋ ਦੀਆਂ ਫੋਰਸਿਸ ਗਈਆਂ, ਪਰ ਅੱਜ ਫਿਰ ਉੱਥੇ ਤਾਲਿਬਾਨ ਦੀ ਸਰਕਾਰ ਹੈ। ਜੇ ਕੱਲ੍ਹ ਨੂੰ ਕੰਮ ਖਰਾਬ ਹੁੰਦਾ ਤਾਂ ਕਿਸੇ ਵੀ ਦੇਸ਼ ਦੇ ਉੱਤੇ ਸੰਕਟ ਆ ਸਕਦਾ। ਇੱਕ ਮਜ਼ਬੂਤ ਫੋਰਨ ਪੋਲਿਸੀ ਦੇ ਰੂਪ ਦੇ ਵਿੱਚ NDP ਦੇ ਕੋਲ ਕੀ ਹੈ? ਜੀ, ਮਿਹਰਬਾਨੀ। ਪਹਿਲਾਂ ਤਾਂ ਮੈਂ ਅਫਗਾਨਿਸਤਾਨ ਨਾਲ ਸ਼ੁਰੂ ਕਰਦਾ। ਜੋ ਹੋ ਰਿਹਾ ਅਤੇ ਜੋ ਹੋਇਆ, ਬਹੁਤ ਹੀ ਆਪਾਂ ਸਾਰੇ ਨੇ ਬੜੇ ਦੁੱਖ ਨਾਲ ਦੇਖਿਆ ਕਿ ਉੱਥੇ ਲੋਕ ਕਿੰਨੇ ਡੈਸਪਰੇਟ ਹੋਏ ਸੀਗੇ ਕਿ ਜਿਹੜੇ ਹਵਾਈ ਜਹਾਜ਼ ਨੂੰ ਫੜ ਕੇ, ਭਾਵੇਂ ਉਹਨੂੰ ਉੱਥੇ ਵੀ ਮਰਨ ਦਾ, ਮੌਤ ਦਾ ਖਤਰਾ ਪੂਰਾ ਸੀਗਾ, ਪਰ ਉਹ ਫਿਰ ਵੀ ਜਹਾਜ਼ਾਂ ਨੂੰ ਫੜ ਕੇ, ਭਾਵੇਂ ਜਹਾਜ਼ ਉੱਡ ਰਿਹਾ ਸੀਗਾ, ਕਿੰਨਾ ਡਰ ਹੋਊਗਾ ਕਿ ਬੰਦਾ ਆਪਣੇ ਜੀਵਨ ਨੂੰ, ਜਾਨ ਨੂੰ ਇੰਨਾ ਖਤਰੇ 'ਚ ਪਾ ਸਕਦਾ। ਇਹ ਆਪਾਂ ਸਾਰਾ ਕੁਝ ਸਾਰਿਆਂ ਨੇ ਦੇਖਿਆ ਅਤੇ ਸਾਨੂੰ ਕਾਫੀ ਦੁੱਖ ਮਹਿਸੂਸ ਹੋਇਆ ਸਾਰਾ ਕੁਝ ਦੇਖ ਕੇ। ਅਤੇ ਇਹਦੇ ਵਿੱਚ ਇੱਕ ਇਹ ਵੀ ਗੱਲ ਆ ਰਹੀ ਹੈ, ਹੁਣ ਸਾਹਮਣੇ ਗੱਲ ਆ ਰਹੀ ਹੈ ਕਿ ਜਿਹੜੇ ਸਾਡੇ ਪਹਿਲੇ ਫੌਜ ਦੇ ਵਿੱਚ ਸਾਡੇ ਫੌਜੀ, ਉਹ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਪਤਾ ਸੀ
ਕਿ ਆਪਣੇ ਜਿਹੜੇ ਐਲਾਈਜ਼ ਅਫਗਾਨਿਸਤਾਨ ਦੇ ਵਿੱਚ ਕਈ ਸਾਰੇ ਬੰਦੇ ਸੀਗੇ ਜਿਨ੍ਹਾਂ ਨੇ ਸਾਡੇ ਫੌਜੀਆਂ ਨੂੰ ਮਦਦ ਕੀਤੀ ਤੇ ਉਹਨੇ ਆਪਣੇ ਆਪ ਨੂੰ ਜਾਨ ਨੂੰ ਖਤਰਾ 'ਚ ਪਾਇਆ ਤੇ ਪੂਰੇ ਆਪਣੇ ਦੇ ਪਰਿਵਾਰ ਨੂੰ ਵੀ ਖਤਰੇ 'ਚ ਪਾਏ ਤੇ ਉਹ ਆਪਣੇ ਐਲਾਈਜ਼ ਨੂੰ ਉਹਨਾਂ ਨੇ ਕੈਨੇਡੀਅਨ ਸਰਕਾਰ ਨੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ। ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਆਪਾਂ ਤੁਹਾਡੀ ਦੇਖਭਾਲ ਕਰਾਂਗੇ ਤੇ ਜਿਹੜੇ ਪੁਰਾਣੇ ਫੌਜੀਆਂ ਨੇ ਸਰਕਾਰ ਨੂੰ ਦੱਸਿਆ, ਜਸਟਿਨ ਟਰੂਡੋ ਨੂੰ ਦੱਸਿਆ ਕਿ ਇਹ ਬੰਦੇ ਨੂੰ ਸਾਨੂੰ ਬਚਾਉਣਾ ਚਾਹੀਦਾ ਤੇ ਜਿਹੜਾ ਹੁਣ ਢਾਂਚਾ ਬਣਿਆ ਇਹ ਚੱਲ ਨਹੀਂ ਰਿਹਾ, ਇਹ ਵਧੀਆ ਨਹੀਂ ਹੈਗਾ, ਇਹਨੂੰ ਬਦਲੋ ਤਾਂ ਕਿ ਆਪਣੇ ਐਲਾਈਜ਼ ਨੂੰ ਆਪਣੇ ਜਿਹੜੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਉਹਨੂੰ ਕੱਢਣ ਵਾਸਤੇ ਆਪਾਂ ਹੋਰ ਉਪਰਾਲਾ ਕਰੀਏ। ਜਸਟਿਨ ਟਰੂਡੋ ਨੇ ਗੱਲ ਨਹੀਂ ਸੁਣੀ ਤੇ ਨਾਲੇ ਗੱਲ ਸੁਣਨ ਦੇ ਬਜਾਏ ਉਹਨਾਂ ਨੇ ਇਲੈਕਸ਼ਨ ਵੀ ਕਰਵਾਇਆ ਜੋ ਕਿ ਗਲਤ ਫੈਸਲਾ ਸੀਗਾ ਤੇ ਬਹੁਤ ਹੀ ਸਾਰੇ ਬੰਦੇ ਨੂੰ ਹੋਰ ਖਤਰੇ 'ਚ ਪਾਏ ਜਿਹਨੂੰ ਆਪਾਂ ਬਚਾ ਸਕਦੇ ਸੀਗੇ। ਤੇ ਹੁਣ ਆਪਣਾ ਪਾਲਿਸੀ ਕੀ ਹੋਊਗਾ? ਇੱਕ ਤਾਂ ਜ਼ਰੂਰ ਅਮਰੀਕਾ ਨਾਲ ਸਾਡੀ ਰਿਸ਼ਤਾ ਬਹੁਤ ਜ਼ਰੂਰੀ ਆ, ਸਾਡੀ ਰਿਲੇਸ਼ਨ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਗੁਆਂਢੀ ਹੈਗੇ ਆ ਤੇ ਨਾਲੇ ਆਪਣਾ ਇਕੋਨਮੀ ਤੇ ਨੌਕਰੀਆਂ ਤੇ ਬਿਜ਼ਨਸ ਕਾਫੀ ਡਿਪੈਂਡੈਂਟ ਹੈ ਦੋਨਾਂ 'ਤੇ। ਤੇ ਸਾਡਾ ਫੋਕਸ ਕੀ ਹੋਊਗਾ ਕਿ ਆਪਾਂ ਇਹ ਨਹੀਂ ਚਾਹੁੰਦੇ ਕਿ ਜਦੋਂ ਟ੍ਰੇਡ ਡੀਲਸ ਹੁੰਦੇ ਜਾਂ ਜੋ ਕੋਈ ਸਮਝੌਤਾ ਹੁੰਦਾ ਜ਼ਿਆਦਾ ਤਾਂ ਆਪਾਂ ਇਹ ਦੇਖਦੇ ਹਾਂ ਕਿ ਫਾਇਦਾ ਸਭ ਤੋਂ ਅਮੀਰਾਂ ਨੂੰ ਮਿਲਦਾ, ਸਭ ਜਿਹੜੇ ਇੰਡਸਟਰੀ ਦੇ ਹੈਡਸ ਨੂੰ ਮਿਲਦਾ, ਜਿਹੜੇ ਮਾਲਕ ਨੂੰ ਮਿਲਦਾ ਫਾਇਦਾ, ਪਰ ਆਮ ਜਿਹੜਾ ਬੰਦਾ ਨੌਕਰੀ ਕਰਦਾ ਕੰਮ ਕਰਦਾ ਉਹਨੂੰ ਫਾਇਦਾ ਨਹੀਂ ਮਿਲਿਆ। ਸੋ ਉਹ ਆਪਾਂ ਬਦਲਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਤੇ ਜਿੱਥੇ ਵੀ ਕੋਈ ਢਾਂਚਾ ਹੋਵੇ, ਜਿੱਥੇ ਵੀ ਕੋਈ ਸਮੱਸਿਆ ਹੋਵੇ, ਸਾਡਾ ਫੋਰਨ ਪਾਲਿਸੀ ਇਹ ਹੈ ਕਿ ਕੈਨੇਡਾ ਦਾ ਰੋਲ ਕੀ ਆ ਕਿ ਆਪਾਂ ਸੁੱਖ ਸ਼ਾਂਤੀ, ਲੋਕਾਂ ਦੀ ਮਦਦ, ਮਨੁੱਖੀ ਅਧਿਕਾਰਾਂ ਦੀ ਰਾਖੀ, ਇਹ ਸਾਡਾ ਫੋਕਸ ਹੋਊਗਾ। ਇੱਥੇ ਆਪਾਂ ਧਿਆਨ ਦੇਵਾਂਗੇ। ਸਵਾਲ ਡੂੰਘੀ ਸੀ, ਮੇਰਾ ਜਵਾਬ ਵੀ ਫਿਰ ਡੂੰਘਾ ਹੋਣਾ ਪਿਆ ਪਰ ਕੋਸ਼ਿਸ਼ ਕਰੂੰਗਾ ਕਿ ਥੋੜ੍ਹਾ ਜਿਹਾ ਸੰਖੇਪ ਰੱਖਣ ਦਾ। ਮਿਹਰਬਾਨੀ। Hi, I'm Harvinder Sandhu-Hoti from the Asian Star newspaper. My question to you would be, based on the housing crisis that's going on across Canada right now in all the major cities, the Liberal government has stated that they're proposing a 3% anti-flip tax, they're proposing a first-time home buyers savings account, and I think one other thing that they're proposing. What will the NDP do to sort of rein in the way the prices are going out of hand? And are you guys also thinking about the anti-flipping tax, another tax on people? I really appreciate the question. And this answer, I want you to know, applies to all of the Liberal promises. I'm less concerned about what the Liberals promise they're going to do. I'm more concerned about what they actually do. Because what we've seen in 6 years, the situation has gotten worse. So how can people believe now all of a sudden the Liberals are going to fix the problems that they were in power for the past 6 years and it only got worse? That doesn't really make any sense. The Liberals were in power for 6 years. Justin Trudeau was Prime Minister for 6 years. What happened with housing while he was Prime Minister? Did he make it better? Is it more affordable? Can our kids afford homes? No. So what makes us believe now he's going to somehow wake up and make things better? That's my big concern. I think that it is clear he could have done something, and if he wanted to, why didn't he just do it before? Why is he promising it now when he didn't do it for 6 years? It's not like he wasn't in power and now he's saying these are my ideas. He had a chance and didn't do it. We are proposing that when it comes to housing, people should be able to buy a home that's in their budget. Young people should be able to find a home that's in their budget. And we don't want the housing market to be used like a stock market where people are trying to make profit off of flipping homes. Someone who buys a home, lives in it, and then wants to sell it is different. But someone who is trying to make this into a way of making money, that they're just going to buy and flip homes as a profit-making scheme, to me is a problem because then it means that young people can't afford a home. We want the housing prices to not go out of control. So we're going to put in a change to the capital gains tax for people who are making a profit and are trying to use the housing market as a stock market. We're going to stop that. We're going to stop the foreign investments, which are making it harder to afford a home. We're going to tackle the money laundering and the criminal activity, which is affecting our housing affordability. And finally, we want to build more homes that are affordable. So we want to build 500,000 new homes that are affordable. ਤੇ ਜੇ ਕੋਈ ਚਾਹੇ ਉਹ ਇਸ ਜਵਾਬ ਨੂੰ ਮੈਂ ਪੰਜਾਬੀ 'ਚ ਵੀ ਦੇ ਸਕਦਾ ਜੇ ਕੋਈ ਚਾਹੇ। ਅਮਰਜੀਤ ਸਿੰਘ ਸਰਾਮ PTC ਪੰਜਾਬੀ।
ਲਾਸਟ ਟਾਈਮ ਵੀ ਮੈਨੂੰ ਯਾਦ ਆ ਇਲੈਕਸ਼ਨ ਦੇ ਵਿੱਚ ਤੁਸੀਂ ਫਾਰਮਰ ਕੇਅਰ ਨੂੰ ਕਾਫੀ ਆਪਣੀ ਪਾਲਿਸੀ ਲੈ ਕੇ ਆਏ ਸੀਗੇ, ਕਿਉਂਕਿ ਸੀਨੀਅਰਸ ਕਾਫੀ ਜਿਹੜੇ ਸਟਰਗਲ ਕਰ ਰਹੇ ਨੇ। ਹੁਣ ਤੁਹਾਡੀ ਕੀ ਪਾਲਿਸੀ ਹੈਗੀ ਆ? ਨੋ ਡਾਊਟ ਹਾਊਸਿੰਗ ਅਫੋਰਡੇਬਿਲਟੀ ਵੀ ਤੁਸੀਂ ਕੰਮ ਕਰ ਰਹੇ ਹੋ, ਪਰ ਫਾਰਮਰ ਕੇਅਰ ਬਾਰੇ ਦੱਸੋ। ਜੀ ਜ਼ਰੂਰ। ਹਾਊਸਿੰਗ ਅਫੋਰਡੇਬਿਲਟੀ ਜ਼ਰੂਰ ਇੱਕ ਸਾਡੇ ਲਈ ਪ੍ਰਾਇੋਰਟੀ ਹੈ, ਪਰ ਆਪਾਂ ਹੈਗੇ ਆ ਪਾਰਟੀ ਸਿਹਤ ਸੇਵਾਵਾਂ ਦਾ ਜਿਹੜਾ ਸਾਡੇ ਕੋਲ ਹੁਣ ਢਾਂਚਾ ਹੈਗਾ ਕਿ ਆਪਾਂ ਅਮਰੀਕਾ ਨਾਲੋਂ ਕਿਤੇ ਚੰਗੇ ਹੈਗੇ ਆ ਕਿ ਸਾਡੇ ਕੋਲ ਇੱਕ ਸਿਹਤ ਸੇਵਾਵਾਂ ਦਾ ਢਾਂਚਾ ਹੈਗਾ। ਇਹ NDP ਦੀ ਦੇਣ ਹੈ। ਸਾਡੀ ਪਾਰਟੀ ਨੇ ਇਹ ਸ਼ੁਰੂ ਕੀਤਾ ਅਤੇ ਆਪਾਂ ਚਾਹੁੰਦੇ ਹਾਂ ਕਿ ਇਹ ਇਵੇਂ ਰਹੇ ਕਿ ਵਧੀਆ ਰਹੇ ਅਤੇ ਲੋਕਾਂ ਨੂੰ ਹਰੇਕ ਨੂੰ ਮਿਲੇ ਅਤੇ ਉਹਦੀ ਨੌਕਰੀ ਜਾਂ ਉਹਨਾਂ ਦੇ ਜਿਨ੍ਹਾਂ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਇਹਦਾ ਡਿਪੈਂਡੈਂਟ ਨਾ ਹੋਵੇ ਕਿ ਕਿਸੇ ਨੂੰ ਵਧੀਆ ਸੇਵਾਵਾਂ ਮਿਲੇ। ਅਤੇ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ ਦਵਾਈਆਂ ਦਾ ਖਰਚਾ ਸਾਡੇ ਬਜ਼ੁਰਗਾਂ ਲਈ ਬਹੁਤ ਮੁਸ਼ਕਿਲ ਹੈਗਾ, ਬਹੁਤ ਖਰਚਾ ਜ਼ਿਆਦਾ, ਆਮ ਬੰਦਿਆਂ ਲਈ ਜ਼ਿਆਦਾ। ਜੇ ਤੁਹਾਡੇ ਕੋਲ ਕਵਰੇਜ ਹੈ ਅਤੇ ਜੇ ਤੁਹਾਡੇ ਕੋਲ ਕਵਰੇਜ ਨਹੀਂ ਵੀ ਹੈ, ਸਾਰੇ ਨੂੰ ਬਹੁਤ ਜ਼ਿਆਦਾ ਮਹਿੰਗਾ ਪੈ ਰਿਹਾ। ਆਪਣਾ ਪਲਾਨ ਕੀ ਹੈਗਾ? ਆਪਾਂ ਹਲੇ ਵੀ ਬਹੁਤ ਜ਼ੋਰ ਨਾਲ ਪੁਸ਼ ਕਰ ਰਹੇ ਹਾਂ ਕਿ ਫਾਰਮਰ ਕੇਅਰ ਹੋਣਾ ਚਾਹੀਦਾ ਜਿਹੜਾ ਪਬਲਿਕ ਹੋਵੇ। ਆਪਾਂ ਇਕੱਲੇ ਦੇਸ਼ ਹੈਗਾ ਦੁਨੀਆ ਭਰ ਜਿੱਥੇ ਤੁਸੀਂ ਸਾਡਾ ਸਿਹਤ ਸੇਵਾਵਾਂ ਪਬਲਿਕ ਹੈਗਾ ਪਰ ਸਾਡੇ ਕੋਲ ਦਵਾਈਆਂ ਦਾ ਖਰਚਾ ਇੰਕਲੂਡ ਨਹੀਂ ਹੈਗਾ। ਸੋ ਉਹ ਆਪਾਂ ਬਦਲਣਾ ਚਾਹੁੰਦੇ ਹਾਂ। ਕਿਵੇਂ? ਆਪਾਂ ਚਾਹੁੰਦੇ ਹਾਂ ਕਿ ਕੋਈ ਖਰਚਾ ਨਾ ਲੱਗੇ ਕਿਸੇ ਨੂੰ ਜਦੋਂ ਉਹ ਦਵਾਈ ਲੈ ਰਹੇ ਨੇ, ਕਿਉਂਕਿ ਗੱਲ ਨਹੀਂ ਬਣਦੀ ਕਿ ਇੱਥੇ ਤੁਸੀਂ ਡਾਕਟਰ ਕੋਲ ਜਾ ਸਕਦੇ ਹੋ, ਡਾਕਟਰ ਤੁਹਾਨੂੰ ਦੱਸੂਗਾ ਕਿ ਤੁਸੀਂ ਆਹ ਦਵਾਈ ਲਓ ਆਪਣੇ ਸਿਹਤ ਨੂੰ ਸਿਹਤਮੰਦ ਰੱਖਣ ਲਈ, ਸਿਹਤਮੰਦ ਰਹਿਣ ਲਈ, ਪਰ ਬਹੁਤ ਸਾਰੇ ਲੋਕ ਜਾਂ ਤਾਂ ਖਰੀਦ ਨਹੀਂ ਸਕਦੇ ਜਾਂ ਤਾਂ ਬਹੁਤ ਜ਼ਿਆਦਾ ਬੋਝ ਪੈਂਦਾ ਖਰੀਦਣ ਲਈ। ਅਤੇ ਉਹ ਬੋਝ ਅਤੇ ਉਹ ਜਿਹੜਾ ਲੋਕ ਨਹੀਂ ਲੈ ਰਹੇ ਦਵਾਈ ਉਹਨੂੰ ਆਪਾਂ ਖ਼ਤਮ ਕਰਨਾ ਆ। ਆਪਾਂ ਦਵਾਈਆਂ ਨੂੰ ਆਪਣੇ ਢਾਂਚੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ। ਇਹ ਸੂਬਿਆਂ ਨੂੰ ਬਹੁਤ ਪੈਸੇ ਬਚਾਊਗਾ, ਆਮ ਪਰਿਵਾਰ ਨੂੰ ਘੱਟੋ ਘੱਟ $500 ਪਰ ਸਾਲ ਖਰਚਾ ਘਟਾਊਗਾ। ਕਈ ਪਰਿਵਾਰਾਂ ਨੂੰ ਹਜ਼ਾਰਾਂ ਡਾਲਰ ਦੀ ਕਟੌਤੀ ਮਿਲੂਗੀ, ਮਤਲਬ ਸੇਵਿੰਗਸ ਮਿਲੂਗੀ ਅਤੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ। ਈਵਨ ਬਿਜ਼ਨਸਿਸ ਜਿਹੜੇ ਲੋਕਾਂ ਨੂੰ ਹਾਇਰ ਕਰਦੇ ਉਹ ਵੀ ਆਪਣੇ ਮੈਡੀਕਲ ਪਲਾਨ ਦਿੰਦੇ ਨੇ, ਉਹਨੂੰ ਵੀ ਇੱਕ ਸੇਵਿੰਗ ਮਿਲੂਗੀ। ਸੋ ਇਹ ਪਲਾਨ ਇੱਕ ਵਧੀਆ ਪਲਾਨ ਹੈ, ਲੋਕਾਂ ਨੂੰ ਫਾਇਦਾ ਹੋਊਗਾ, ਲੋਕਾਂ ਦੇ ਖਰਚੇ ਘਟਣਗੇ ਅਤੇ ਲੋਕਾਂ ਦੀ ਸਿਹਤ ਦਾ ਵਧੀਆ ਅਸਰ ਹੋਊਗਾ। ਪਤਾ ਕਰਨਾ ਚਾਹੁੰਦਾ ਕਿ ਜਿੱਦਾਂ ਪੋਲ ਹੈ, ਤੁਸੀਂ ਬਹੁਤ ਜ਼ਿਆਦਾ ਪੋਪੂਲਰ ਫੇਮਸ ਹੈਗੇ ਹੋ ਯੰਗ ਅਡਲਟਸ ਦੇ ਵਿੱਚ, ਕੀ ਕਾਰਨ ਹੈ ਕਿ ਤੁਸੀਂ ਉਹਨਾਂ 'ਚ ਇੰਨੇ ਜ਼ਿਆਦਾ ਫੇਮਸ ਹੋ ਅਤੇ ਆਪਣੇ ਜਿਹੜੇ ਓਲਡਰ ਜਨਰੇਸ਼ਨ ਹੈਗੀ ਆ ਉਹਨਾਂ ਦੇ ਵਿੱਚ ਕਿਉਂ ਨਹੀਂ? ਇਸ ਤੋਂ ਬਾਅਦ ਇੱਕ ਸਵਾਲ ਮੇਰਾ ਹੋਰ ਹੋਏਗਾ। ਜ਼ਰੂਰ ਜੀ। ਮੈਂ ਕਈ ਵਾਰੀ ਹੈ ਨਾ ਜਿਹੜੇ ਨਵਾਂ ਪੀੜ੍ਹੀ ਹੈ ਉਹ ਨਵੀਂ ਚੀਜ਼ ਵੱਲ ਪਹਿਲੇ ਜਾਂਦੇ ਨੇ, ਫਿਰ ਬਾਕੀ ਲੋਕ ਕਹਿੰਦੇ ਹਾਂ ਇਹ ਗੱਲ ਸਹੀ ਹੈ। ਸੋ ਕਈ ਵਾਰੀ ਇਹ ਵੀ ਗੱਲ ਹੁੰਦੀ ਆ ਕਿ ਨਵੀਂ ਪੀੜ੍ਹੀ ਆਸ ਵੀ ਬਹੁਤ ਕਰਦੇ ਨੇ, ਉਹ ਚਾਹੁੰਦੇ ਨੇ ਕਿ ਆਪਾਂ ਕੁਛ ਬਦਲਾਅ ਕਰੀਏ। ਕਈ ਵਾਰੀ ਆਪਾਂ ਜਦੋਂ ਸਿਆਣੇ ਹੋ ਜਾਂਦੇ ਹਾਂ, ਕਈ ਵਾਰੀ ਆਪਾਂ ਕਹਿੰਦੇ ਨਹੀਂ ਕੁਛ ਨਹੀਂ ਹੋ ਸਕਦਾ, ਜਿੱਦਾਂ ਹੈਗਾ ਉੱਦਾਂ ਹੀ ਹੈਗਾ ਆ, ਅਤੇ ਆਪਾਂ ਜਿਵੇਂ ਪਹਿਲਾਂ ਦੇਖਿਓ ਉਵੇਂ ਆਪਾਂ ਕਹਿੰਦੇ ਕਿ ਚਲੋ ਆਪਾਂ ਉਵੇਂ ਕਰਦੇ ਹਾਂ ਜਿਵੇਂ ਪਹਿਲਾਂ ਕੀਤਾ। ਪਰ ਨੌਜਵਾਨ ਪੀੜ੍ਹੀ ਕਹਿੰਦੇ ਨਹੀਂ, ਆਪਾਂ ਹੋਰ ਵੀ ਬਿਹਤਰ ਕਰ ਸਕਦੇ ਹਾਂ, ਆਪਾਂ ਹੋਰ ਵੀ ਵਧੀਆ ਸਮਾਜ ਬਣਾ ਸਕਦੇ ਹਾਂ, ਆਪਾਂ ਇੱਥੇ ਫਸੇ ਨਹੀਂ ਹੈਗੇ, ਆਪਾਂ ਹੋਰ ਵੀ ਕੁਛ ਕਰ ਸਕਦੇ ਹਾਂ। ਅਤੇ ਸਾਡਾ ਆਪਣੀ ਪਾਰਟੀ ਆਪਾਂ ਇੱਦਾਂ ਦੇ ਹੈਗੇ ਹਾਂ। ਆਪਾਂ ਚਾਹੁੰਦੇ ਹਾਂ ਕਿ ਹੋਰ ਬਿਹਤਰ ਹੋਵੇ ਕੰਮ, ਆਪਾਂ ਸਿਹਤ ਸੇਵਾਵਾਂ ਨੂੰ ਹੋਰ ਵਧੀਆ ਬਣਾਉਣਾ ਚਾਹੁੰਦੇ ਹਾਂ। ਆਪਾਂ ਇਹ ਨਹੀਂ ਮੰਨਦੇ ਕਿ ਜਿਹੜੇ ਕੋਈ ਸਮੱਸਿਆ ਹੈਗਾ ਕਿ ਉਹ ਇੱਦਾਂ ਹੀ ਰਹੂਗਾ, ਆਪਾਂ ਸਮੱਸਿਆ ਦੇ ਹੱਲ ਕਰਨਾ ਚਾਹੁੰਦੇ ਹਾਂ। ਸੋ ਸਾਡਾ ਇਹ ਫਰਕ ਆ। ਅਤੇ ਮੈਂ ਇਹ ਵੀ ਚਾਹੁੰਦਾ ਕਿ ਹਰੇਕ ਨੂੰ ਮੈਂ ਕਨਵਿੰਸ ਕਰਨਾ ਚਾਹੁੰਦਾ, ਜਿਹੜੇ ਨੌਜਵਾਨ ਪੀੜ੍ਹੀ ਨੂੰ ਨਹੀਂ, ਇਕੱਲਾ ਸਾਰੇ ਪੀੜ੍ਹੀਆਂ ਨੂੰ ਮੈਂ ਕਨਵਿੰਸ ਕਰਨਾ ਚਾਹੁੰਦਾ ਕਿ ਆਪਾਂ ਤੁਹਾਡੇ ਲਈ ਹੈਗੇ ਹਾਂ। ਜੇ ਤੁਸੀਂ ਕੁਛ ਬਦਲਾਅ ਲੈਣਾ ਚਾਹੁੰਦੇ ਹੋ ਕਿ ਸਿਹਤ ਸੇਵਾਵਾਂ ਹੋਰ ਵਧੀਆ ਹੋਣ, ਕਿ ਜਿਹੜੇ ਸਮੱਸਿਆ ਹੈਗੇ ਉਹਦੇ ਕੋਈ ਹੱਲ ਹੋਵੇ, ਆਪਾਂ ਤੁਹਾਡੇ ਲਈ ਲੜਨ ਨੂੰ ਤਿਆਰ ਹੈਗੇ ਹਾਂ। ਆਪਾਂ ਆਮ ਲੋਕਾਂ ਲਈ ਲੜਨ ਨੂੰ ਤਿਆਰ ਹੈਗੇ ਹਾਂ ਅਤੇ ਆਪਾਂ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ। ਅਤੇ ਮੇਰਾ ਇੱਕ ਇਰਾਦਾ ਆ, ਮੇਰਾ ਇੱਕ ਕਾਸ਼ ਹੈ ਕਿ ਮੈਂ ਸਾਰਿਆਂ ਨੂੰ ਕਨਵਿੰਸ ਕਰਾਂ ਕਿ ਤੁਸੀਂ ਯੂ ਡਿਜ਼ਰਵ ਕਿ ਹੋਰ ਵਧੀਆ ਹੋਵੇ, ਅਤੇ ਆਪਾਂ ਇੱਦਾਂ ਕਰਾਂਗੇ ਅਤੇ ਲੋਕਾਂ ਨੂੰ ਦਿਖਾਵਾਂਗੇ ਕਿ ਆਪਾਂ ਕੀ ਕੁਛ ਕਰ ਸਕਦੇ ਹਾਂ ਸਿਹਤ ਸੇਵਾਵਾਂ ਲਈ, ਜਿਹੜੇ ਹਾਊਸਿੰਗ ਕ੍ਰਾਈਸਿਸ ਲਈ, ਜਿਹੜੀ ਆਮ ਲੋਕਾਂ ਵਾਸਤੇ ਆਪਾਂ ਕਿੱਦਾਂ ਜ਼ਿੰਦਗੀ ਹੋਰ ਬਿਹਤਰ ਬਣਾ ਸਕਦੇ ਹਾਂ। ਇੱਕ ਸਵਾਲ ਹੋਰ ਸੀਗਾ ਜੀ ਕਿ ਉਹ ਜਿਹੜੇ ਮੈਡੀਕਲ ਡਾਕਟਰਸ ਦੀ ਇੰਨੀ ਘਾਟ ਹੈਗੀ ਹੈ ਇੱਥੇ, ਔਰ ਅਸੀਂ ਜਿੱਦਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਕਿ ਕਿੰਨੇ ਲੋਕ ਮੈਡੀਕਲ ਡਾਕਟਰ ਬਣਦੇ ਨੇ ਬਾਹਰਲੇ ਯੂਨੀਵਰਸਿਟੀਆਂ ਤੋਂ, ਕਾਲਜਿਸ ਤੋਂ, ਦੇਸ਼ਾਂ ਤੋਂ, ਪਰ ਉਹ ਇੱਥੇ ਕਿਸੇ ਨਾ ਕਿਸੇ ਕਾਰਨ ਲਾਇਸੈਂਸਡ ਡਾਕਟਰ ਬਣ ਨਹੀਂ ਸਕਦੇ। ਉਹਨਾਂ ਨੂੰ ਇੱਕ ਐਗਜ਼ਾਮ ਪਾਸ ਕਰਨਾ ਪੈਂਦਾ ਹੈ ਜਿਹੜਾ ਕਿ ਉਹ ਦੁਬਾਰਾ ਤੋਂ ਨਹੀਂ ਲੈ ਸਕਦੇ, ਇੰਪਰੂਵ ਨਹੀਂ ਕਰ ਸਕਦੇ ਉਸ ਐਗਜ਼ਾਮ ਨੂੰ। ਉਹਨਾਂ ਨੇ ਆਪਣੇ 25 ਸਾਲ 30 ਸਾਲ ਉੱਥੇ ਇਸ ਪੜ੍ਹਾਈ ਦੇ ਵਿੱਚ ਲਗਾਏ ਅਤੇ ਉਹ ਐਗਜ਼ਾਮ ਇੱਕ ਜਿਹੜਾ ਪਾਸ ਕਰਕੇ ਲਾਇਸੈਂਸ ਲੈ ਸਕਦੇ ਨੇ, ਉਸ ਨੂੰ ਉਹ ਦੁਬਾਰਾ ਤੋਂ ਮੌਕਾ ਨਹੀਂ ਮਿਲਦਾ ਉਹਨਾਂ ਨੂੰ।
ਉਹਦੇ ਕਾਰਨ ਉਹਦੇ ਪਿੱਛੇ ਤੁਹਾਡਾ ਕੋਈ ਵਿਊ ਹੋਵੇ ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ। ਜੀ Thank you. ਜ਼ਰੂਰ ਜ਼ਰੂਰ, ਮਿਹਰਬਾਨੀ ਜੀ। ਪਹਿਲਾਂ ਤਾਂ ਕੋਈ ਵੀ ਇਨਸਾਨ, ਕੋਈ ਵੀ ਬੰਦਾ ਇੱਥੇ ਆਉਂਦਾ ਆ ਅਤੇ ਉਹਦੇ ਕੋਲ ਇੰਟਰਨੈਸ਼ਨਲ ਟ੍ਰੇਨਿੰਗ ਹੁੰਦੀ ਆ, ਉਹਨੇ ਪੜ੍ਹਾਈ ਕੀਤੀ ਆ, ਉਹਦੇ ਕੋਲ ਤਜਰਬਾ ਹੁੰਦਾ ਅਤੇ ਉਹ ਇੱਥੇ ਆਪਣਾ ਤਜਰਬਾ ਜੋ ਕੁਛ ਸਿੱਖਿਆ ਜਦੋਂ ਨਹੀਂ ਵਰਤ ਸਕਦੇ, ਇਕੱਲਾ ਉਹਨੂੰ ਇੱਕ ਨੁਕਸਾਨ ਨਹੀਂ, ਸਾਨੂੰ ਵੀ ਨੁਕਸਾਨ ਹੈ। ਅਤੇ ਤੁਸੀਂ ਬੜੇ ਵਧੀਆ ਐਗਜ਼ਾਮਪਲ ਦਿੱਤਾ ਕਿ ਜਿਹਨਾਂ ਕੋਲ ਮੈਡੀਕਲ ਟ੍ਰੇਨਿੰਗ ਹੈ ਅਤੇ ਇੱਥੇ ਆ ਕੇ ਉਹ ਟ੍ਰੇਨਿੰਗ ਨੂੰ ਨਹੀਂ ਵਰਤ ਸਕਦੇ, ਉਹਨਾਂ ਦੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਨੁਕਸਾਨ ਹੈ ਕਿਉਂਕਿ ਆਪਣੇ ਜੋ ਸਕਿੱਲ ਹੈ ਉਹ ਨਹੀਂ ਵਰਤ ਸਕਦੇ, ਪਰ ਸਾਨੂੰ ਵੀ ਨੁਕਸਾਨ ਹੋ ਰਿਹਾ ਕਿਉਂਕਿ ਸਾਨੂੰ ਉਹਨਾਂ ਦੀ ਸਕਿੱਲ ਦੀ ਲੋੜ ਹੈ। ਸੋ ਇਹਦਾ ਹੱਲ ਕਰਨਾ ਚਾਹੀਦਾ ਕਿਉਂਕਿ ਸਾਨੂੰ ਨੁਕਸਾਨ ਪੈ ਰਿਹਾ। ਸੋ ਆਪਾਂ ਕਾਫੀ ਚਿਰ ਤੋਂ ਕਹਿ ਰਹੇ ਹਾਂ ਕਿ ਇਹਦੇ 'ਚ ਹੱਲ ਸਾਨੂੰ ਲੱਭਣਾ ਚਾਹੀਦਾ ਅਤੇ ਆਪਾਂ ਲੱਭ ਸਕਦੇ ਹਾਂ ਜੇ ਆਪਾਂ ਇਹਨੂੰ ਇੱਕ ਪ੍ਰਾਇਓਰਟੀ ਬਣਾਈਏ। ਦੂਜੀ ਗੱਲ ਆ ਕਿ ਓਵਰਆਲ ਆਪਾਂ ਸਿਹਤ ਸੇਵਾਵਾਂ ਦੇ ਵਿੱਚ ਦੇਖ ਰਹੇ ਹਾਂ ਕਿ ਥੋੜ੍ਹਾ ਜਿਹਾ ਕੰਮ ਔਖਾ ਚੱਲ ਰਿਹਾ। ਜਿਹੜੀ ਵੇਟਿੰਗ ਲਿਸਟ ਜ਼ਿਆਦਾ, ਜਦੋਂ ਆਪਾਂ ਕੋਈ ਸਰਜਰੀ ਵਾਸਤੇ ਉਡੀਕਦੇ ਹਾਂ ਕਾਫੀ ਲੰਬਾ ਉਡੀਕਣਾ ਪੈਂਦਾ, ਐਮਰਜੈਂਸੀ ਰੂਮ ਜਾਓ ਤਾਂ ਕਈ ਵਾਰੀ ਉਡੀਕਣਾ ਪੈਂਦਾ ਲੰਬਾ। ਅਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਡਾਕਟਰਸ ਦੀ ਹੁਣ ਸਾਡੇ ਕੋਲ ਘਾਟ ਹੈ, ਇਹਦੇ ਵਿੱਚ ਇੱਕ ਕਾਰਨ ਕੀ ਹੈਗਾ ਕਿ ਪਿਛਲੇ ਫੈਡਰਲ ਖੇਤਰ ਤੋਂ ਸਰਕਾਰਾਂ ਭਾਵੇਂ ਲਿਬਰਲ ਜਾਂ ਕੰਜ਼ਰਵੇਟਿਵ, ਉਹਨਾਂ ਨੇ ਸਿਹਤ ਸੇਵਾਵਾਂ ਦੇ ਵਿੱਚ ਕਟੌਤੀਆਂ ਲੈ ਕੇ ਆਏ, ਮਤਲਬ ਉਹਨਾਂ ਨੇ ਫੰਡਿੰਗ ਘਟਾਏ ਅਤੇ ਉਹ ਫੰਡਿੰਗ ਘੱਟਦਾ ਸਾਨੂੰ ਨੁਕਸਾਨ ਪੈ ਰਿਹਾ ਕਿਉਂਕਿ ਫਿਰ ਆਪਣੀ ਢਾਂਚਾ ਦੀ ਫੰਡਿੰਗ ਘੱਟ ਗਈ ਅਸਲ 'ਚ। ਅਤੇ ਇੱਕ ਐਗਜ਼ਾਮਪਲ ਮੈਂ ਦਿੰਦਾ ਅਤੇ ਫਿਰ ਸਮਾਪਤੀ ਕਰਦਾ, ਫਿਰ ਅਗਲੇ ਸਵਾਲ 'ਤੇ ਜਾਂਦੇ ਹਾਂ। ਜਸਟਿਨ ਟਰੂਡੋ ਨੇ ਬੜੀ ਸਖਤ ਨਿਖੇਧੀ ਕੀਤੀ ਕਿ ਹਾਰਪਰ ਨੇ ਸਿਹਤ ਸੇਵਾਵਾਂ 'ਚ ਕਟੌਤੀ ਲੈ ਕੇ ਆਇਆ ਅਤੇ ਇਹ ਗਲਤ ਗੱਲ ਆ। ਉਹਨਾਂ ਨੇ ਆਪ ਬਹੁਤ ਬਿਆਨ ਦਿੱਤਾ ਕਿ ਗਲਤ ਆ, ਪਰ ਜਦੋਂ ਆਪ ਬਣ ਗਿਆ ਪ੍ਰਧਾਨ ਮੰਤਰੀ, ਉਹੀ ਜਿਹੜਾ ਢਾਂਚਾ ਹਾਰਪਰ ਨੇ ਬਣਾਇਆ ਜਿਹਦੇ 'ਚ ਉਹਨਾਂ ਨੇ ਹੈਲਥ ਕੇਅਰ ਦੇ ਵਿੱਚ ਘੱਟ ਪੈਸੇ ਦਿੱਤੇ, ਉਹੀ ਢਾਂਚਾ ਇਹਨੂੰ ਜਾਰੀ ਰੱਖਿਆ। ਸੋ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਹੀ ਗੱਲ ਨੂੰ ਜਿਹੜੇ ਆਪ ਨੇ ਨਿਖੇਧੀ ਕੀਤੀ, ਫਿਰ ਉਹਨੂੰ ਉਦੋਂ ਜਾਰੀ ਕਿਉਂ ਰੱਖਿਆ, ਉਹੀ ਚੀਜ਼ ਨੂੰ ਕਿਉਂ ਰੱਖਿਆ ਸੇਮ। ਸੋ ਇਸ ਕਰਕੇ ਆਪਾਂ ਇਹ ਐਗਜ਼ਾਮਪਲ ਦਿੰਦੇ ਹਾਂ ਕਿ ਭਾਵੇਂ ਲਿਬਰਲ ਹੋਵੇ ਭਾਵੇਂ ਕੰਜ਼ਰਵੇਟਿਵ, ਜੇ ਸਿਹਤ ਸੇਵਾਵਾਂ ਦੀ ਤੁਹਾਨੂੰ ਕੋਈ ਫਿਕਰ ਹੈ, ਆਪਾਂ ਹੀ ਹੈਗੇ ਆ ਆਪਸ਼ਨ ਤੁਹਾਡੇ ਲਈ ਜਿਹੜਾ ਸਿਹਤ ਸੇਵਾਵਾਂ ਨੂੰ ਹੋਰ ਵਧੀਆ ਬਣਾਵਾਂਗੇ। ਵੈਲਕਮ ਟੂ ਬਰਨਬੀ ਸਾਊਥ। ਥੈਂਕ ਯੂ ਜੀ। ਮੈਂ ਆਪਣਾ ਸਵਾਲ ਪੁੱਛਣ ਤੋਂ ਪਹਿਲਾਂ ਆਪਦੀ ਇੱਕ ਹਾਲਤ ਦੱਸਣੀ ਚਾਹੁੰਦਾ ਜੀ ਕਿ ਅਸੀਂ 1972 ਤੋਂ ਕੈਨੇਡਾ 'ਚ ਰਹਿੰਦੇ ਹਾਂ ਅਤੇ ਸਾਡਾ ਡਾਕਟਰ, ਚਲੋ ਇੱਕ ਦੋ ਪਹਿਲਾਂ ਰਿਟਾਇਰ ਹੋ ਗਏ ਜਾਂ ਬਦਲੇ, ਹੁਣ ਸਾਡਾ ਡਾਕਟਰ ਰਿਟਾਇਰ ਹੋ ਗਿਆ, ਸਾਡੀ ਫੈਮਿਲੀ ਨੂੰ ਹੁਣ ਕੋਈ ਡਾਕਟਰ ਨਹੀਂ ਮਿਲ ਰਿਹਾ। ਸੋ ਦਿਸ ਇਜ਼ ਦੀ ਸਰਟੀਫਿਕੇਸ਼ਨ ਆਫ ਸ਼ਾਰਟੇਜ ਆਫ ਡਾਕਟਰਸ। ਦੂਸਰਾ ਮੇਰਾ ਕੁਐਸਚਨ ਇਹ ਹੈ ਜੀ ਕਿ ਜਿਹੜੀ ਪੋਸਟ ਸੈਕੰਡਰੀ ਐਜੂਕੇਸ਼ਨ ਹੈ ਜੀ, ਉਹ ਬਹੁਤ ਮਹਿੰਗੀ ਹੋਈ ਆ ਜੀ, ਔਰ ਜਿਹੜੀ ਆਮ ਕਾਮਨ ਫੈਮਲੀਜ਼ ਨੇ, ਨਾਰਮਲ ਇਨਕਮ ਜਿਨ੍ਹਾਂ ਦੀ, ਉਹਦੇ ਵਿੱਚ ਪਹੁੰਚ ਉਹਨਾਂ ਦੀ ਨਹੀਂ ਹੈਗੀ। ਅਤੇ ਜਿਹੜੇ ਸਟੂਡੈਂਟ ਔਖੇ ਸੌਖੇ ਐਜੂਕੇਸ਼ਨ ਲੈ ਵੀ ਚੁੱਕੇ ਨੇ, ਉਹਨਾਂ ਦੇ ਇੱਕ ਜਿਹੜਾ ਕਰਜ਼ਾ ਹੈਗਾ ਉਹਨਾਂ ਦਾ, ਉਹ ਲੋਨ ਵਗੈਰਾ ਉਹ ਕਾਫੀ ਜ਼ਿਆਦਾ ਹੋ ਚੁੱਕੇ ਨੇ ਅਤੇ ਉਹਨਾਂ ਨੇ ਮੋੜਨੇ ਤਾਂ ਉਦੋਂ ਆ ਜਦੋਂ ਉਹਨਾਂ ਨੂੰ ਕੋਈ ਜੋਬ ਮਿਲੇਗੀ। ਸੋ ਬਿਕਾਜ਼ ਅਵੇਲੇਬਿਲਿਟੀ ਆਫ ਜੋਬਸ ਜਿਹੜੀ ਹੈਗੀ ਉਹਦੀ ਸ਼ਾਰਟੇਜ ਆ ਅਤੇ ਲੋਨ ਹਾਈ ਹੋ ਗਏ। ਅਤੇ ਦੂਸਰੀ ਗੱਲ ਹੈ ਉਹਨਾਂ ਨੂੰ ਜਿਹੜੇ ਆਮ ਹੈਗੇ ਆ, ਅਮੀਰ ਤਾਂ ਪੜ੍ਹਾ ਸਕਦੇ ਆ ਬੱਚਿਆਂ ਨੂੰ, ਅਤੇ ਆਮ ਲੋਕਾਂ ਦੀ ਜਿਹੜੀ ਹੈਗੀ ਆ ਬਿਕਾਜ਼ ਦੀ ਪ੍ਰੋਗਰੈਸ ਆਫ ਦੀ ਕੰਟਰੀ ਲਾਈਜ਼ ਵਿਦ ਕਾਮਨ ਪੀਪਲਸ ਬੈਟਰਮੈਂਟ। ਬਿਲਕੁਲ ਹਾਂਜੀ, ਵੀ ਬੈਟਰ ਵਿਦ ਮਾਸਸ ਗੋਇੰਗ ਹੈਵਿੰਗ ਏ ਬੈਟਰ ਲਾਈਫ, ਨਾਟ ਕਲਾਸਿਸ ਤਾਂ ਆਲਰੇਡੀ ਬਹੁਤ ਹਾਈ ਨੇ। ਸੋ ਇਸ ਕਰਕੇ ਉਹ ਫੀਸਾਂ ਬਾਰੇ ਜਿਹੜੀ ਹੈਗੀ ਉਹਦੇ ਬਾਰੇ NDP ਦਾ ਆਪਣਾ ਕੀ ਹੋਏਗਾ। ਥੈਂਕ ਯੂ ਜੀ। ਪਹਿਲਾਂ ਭਾਈ ਸਾਹਿਬ, ਮੈਂ ਬਹੁਤ ਹੀ ਸਹਿਮਤ ਹਾਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇੱਕ ਦੇਸ਼ ਦਾ ਤਰੱਕੀ ਉਦੋਂ ਹੁੰਦੀ ਹੈ ਜਦੋਂ ਆਮ ਬੰਦੇ ਦੀ ਤਰੱਕੀ ਹੁੰਦੀ। ਅਸਲ 'ਚ ਇਹ ਆਪਣਾ ਸਲੋਗਨ ਵੀ ਹੋ ਸਕਦਾ, ਆਪਣੀ ਪਾਰਟੀ ਦੀ ਸਲੋਗਨ ਵੀ ਦਰਅਸਲ 'ਚ ਇਹ ਹੋ ਸਕਦਾ ਕਿਉਂਕਿ ਆਪਾਂ ਇਹਦੇ ਲਈ ਕੰਮ ਕਰ ਰਹੇ ਹਾਂ ਕਿ ਆਮ ਬੰਦਾ ਦੀ ਜ਼ਿੰਦਗੀ ਵਧੀਆ ਹੋਵੇ, ਅਤੇ ਜਦੋਂ ਵਧੀਆ ਹੁੰਦੀ ਆ ਆਮ ਬੰਦੇ ਦੀ ਜ਼ਿੰਦਗੀ ਤਾਂ ਸਾਰਿਆਂ ਦੀ ਜ਼ਿੰਦਗੀ ਵਧੀਆ ਹੁੰਦੀ ਆ। ਬਿਲਕੁਲ ਆਪਾਂ ਸਹਿਮਤ ਹਾਂ। ਅਤੇ ਤੁਸੀਂ ਗੱਲ ਕੀਤੀ ਆ ਜੋ ਫੀਸਾਂ ਬਾਰੇ, ਬਿਲਕੁਲ ਤੁਸੀਂ ਸਹੀ ਹੋ। ਮੈਂ ਆਪਣੀ ਐਗਜ਼ਾਮਪਲ ਇੱਕ ਦਿੰਦਾ, ਨਿੱਕੀ ਜਿਹੀ ਐਗਜ਼ਾਮਪਲ। ਮੇਰਾ ਤਾਂ ਨਿੱਕੀ ਐਗਜ਼ਾਮਪਲ, ਬਹੁਤ ਸਾਰੇ ਲੋਕਾਂ ਨੂੰ ਬਹੁਤ ਹੀ ਇਹ ਤੋਂ ਜ਼ਿਆਦਾ ਮਾੜੀ ਐਗਜ਼ਾਮਪਲ ਹੋਣਗੇ, ਪਰ ਜਦੋਂ ਮੈਂ ਵਕੀਲ ਬਣਿਆ, ਜਦੋਂ ਮੈਂ ਲਾਅ ਸਕੂਲ ਗਿਆ, ਉਦੋਂ ਆਪਾਂ ਵੀ ਪਰਿਵਾਰ ਤੌਰ 'ਤੇ ਸਾਡੇ ਔਖੇ ਸਮੇਂ ਸੀਗੇ, ਪੈਸੇ ਨਹੀਂ ਸੀਗੇ, ਬੜੇ ਮੁਸ਼ਕਿਲ ਸਮੇਂ ਸੀਗੇ, ਅਤੇ ਉਦੋਂ ਮੇਰਾ ਇੱਕ ਸਾਲ ਦਾ ਫੀਸ $8,000 ਸੀ।
ਅਤੇ $8,000 ਮੈਨੂੰ ਕਾਫੀ ਲੱਗਿਆ, ਪਰ ਮੈਂ ਫਿਰ ਵੀ ਸਮਝ ਸਕਦਾ ਸੀਗਾ ਕਿ ਮੈਂ ਉਹ ਪੈਸੇ ਕਿੱਦਾਂ ਜੋੜ ਸਕਦਾ, ਥੋੜ੍ਹਾ ਜਿਹਾ ਮੈਂ ਕੰਮ ਕਰ ਸਕਦਾ, ਥੋੜ੍ਹਾ ਜਿਹਾ ਮੈਂ ਕਰਜ਼ਾ ਲੈ ਸਕਦਾ। ਅਤੇ 3 ਸਾਲ ਦਾ ਕਰਜ਼ਾ 32,000 ਨਹੀਂ 3 ਸਾਲ ਦਾ, ਹਾਂ 24,000, ਮੈਂ ਸੋਚਿਆ ਕਿ 24,000 ਆਪਾਂ ਕਰ ਸਕਦੇ ਹਾਂ ਨਾ, ਔਖਾ ਸੌਖਾ। ਹੁਣ ਉਹੀ ਜਿਹੜਾ ਲਾਅ ਸਕੂਲ ਜਿੱਥੇ ਮੈਂ ਗਿਆ ਸੀਗਾ, ਹੁਣ ਚਲੋ ਮੇਰੇ ਧੌਲੇ ਹੈਗੇ, ਕਾਫੀ ਥੋੜ੍ਹੇ ਚਿਰ ਹੋਇਆ, ਜ਼ਿਆਦਾ ਨਹੀਂ ਚਿਰ ਹੋਇਆ, ਪਰ ਹੁਣ ਉਹੀ ਲਾਅ ਸਕੂਲ ਜਿੱਥੇ ਮੈਂ ਗਿਆ ਸੀਗਾ ਟੋਰਾਂਟੋ 'ਚ, ਹੁਣ ਉਹੀ ਸਕੂਲ ਦਾ ਫੀਸ 1 ਸਾਲ ਦਾ ਫੀਸ 30,000 ਤੋਂ ਵੱਧ ਹੋ ਗਿਆ। 30,000 ਤੋਂ ਵੱਧ ਹੋ ਗਿਆ, ਮਤਲਬ 3 ਸਾਲ ਦਾ ਡਿਗਰੀ ਤਕਰੀਬਨ $1,00,000 ਦੇ ਨੇੜੇ ਤੇੜੇ ਪਹੁੰਚ ਗਿਆ। ਹੁਣ ਮੈਂ ਆਪਣੀ ਗੱਲ ਦੱਸਦਾ, ਜੇ ਮੈਂ ਉਦੋਂ ਜਦੋਂ ਮੈਂ ਫੈਸਲਾ ਲਿਆ ਸੀ ਕਿ ਮੈਂ ਲਾਅ ਸਕੂਲ ਜਾਣਾ, ਅਤੇ ਮੈਂ ਉਦੋਂ ਮੇਰੇ ਪਿਤਾ ਜੀ ਬੇਬੇ ਜੀ ਕੰਮ ਨਹੀਂ ਕਰ ਰਹੇ ਸੀਗੇ, ਮੇਰੀ ਜ਼ਿੰਮੇਵਾਰੀ ਸੀ ਸਭ ਤੋਂ ਵੱਡੇ ਕਿ ਮੈਂ ਪਰਿਵਾਰ ਦਾ ਦੇਖਭਾਲ ਕਰਾਂ। ਮੈਂ ਸੋਚਦਾ ਸੀ ਕਿ ਮੈਂ ਪ੍ਰੋਫੈਸ਼ਨਲ ਬਣਾ ਛੇਤੀ ਤਾਂ ਕਿ ਮੈਂ ਪੈਸੇ ਕਮਾਵਾਂ ਅਤੇ ਜਿਹੜੇ ਘਰ ਦੇ ਬਿੱਲ ਹੈਗੇ ਮੈਂ ਭਰਾਂ, ਕਿਉਂਕਿ ਮਾਂ ਪਿਓ ਕਰ ਨਹੀਂ ਸਕਦੇ ਸੀਗੇ ਉਦੋਂ। ਤਾਂ ਜੇ ਉਦੋਂ ਲਾਅ ਸਕੂਲ $1,00,000 ਦਾ ਮੇਰੇ ਕੋਲ ਇੱਕ ਪਾਸਿਓਂ ਮੈਨੂੰ ਲੱਗਦਾ ਸੀ $1,00,000 ਦਾ ਫੀਸ ਹੋਊਗਾ, ਤਾਂ ਮੈਂ ਕਦੇ ਨਹੀਂ ਜਾਂਦਾ, ਤਾਂ ਸ਼ਾਇਦ ਮੈਂ ਇੱਥੇ ਤੁਹਾਡੇ ਸਾਹਮਣੇ ਨਾ ਹੁੰਦਾ। ਹੁਣ ਮੇਰੀ ਤਾਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਹੈ, ਪਰ ਕਿੰਨੇ ਬੱਚੇ ਹੈਗੇ ਇਸ ਵਕਤ ਜਿਹਦੇ ਕੋਲ ਸੁਪਨਾ ਹੈਗਾ ਕਿ ਮੈਂ ਇਹ ਪੜ੍ਹਨਾ ਜਾਂ ਮੈਂ ਇਹ ਕਰਨਾ, ਅਤੇ ਉਹ ਬੱਚੇ ਆਪਣਾ ਸੁਪਨਾ ਪੂਰਾ ਨਹੀਂ ਕਰ ਰਹੇ ਨੇ ਕਿਉਂਕਿ ਉਹਨੂੰ ਡਰ ਹੈਗਾ ਕਿ ਜ਼ਿਆਦਾ ਕਰਜ਼ਾ ਲੱਗੂਗਾ ਜਾਂ ਜ਼ਿਆਦਾ ਮਹਿੰਗਾ ਪੈਸੇ ਹੋਊਗਾ ਜਾਣਾ। ਅਤੇ ਇੱਕ ਸਮਾਜਿਕ ਨੁਕਸਾਨ ਹੋ ਰਿਹਾ। ਕਿੰਨੇ ਬੱਚਿਆਂ ਦੀ ਜੇ ਉਹ ਪੜ੍ਹਾਈ ਨਹੀਂ ਕਰ ਰਹੇ ਹੈ ਅਤੇ ਉਹਦੀ ਜਿਹੜੀ ਕੰਟਰੀਬਿਊਸ਼ਨ ਹੋ ਸਕਦੀ ਸੀਗੀ ਉਹ ਨਹੀਂ ਕਰ ਰਹੇ ਨੇ, ਤਾਂ ਪੂਰੀ ਇੱਕ ਸਮਾਜਿਕ ਨੁਕਸਾਨ ਹੈ, ਸਮਾਜ ਨੂੰ ਨੁਕਸਾਨ ਹੈ। ਸੋ ਮੈਂ ਇਹ ਗੱਲ ਨੂੰ ਬਹੁਤ ਪਰਸਨਲੀ ਲੈਂਦਾ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਨੌਜਵਾਨ ਹੋਵੇ ਕਿ ਉਹ ਆਪਣੀ ਪੜ੍ਹਾਈ ਗਾਂਹ ਨਾ ਵਧੇ ਕਿਉਂਕਿ ਉਹਨੂੰ ਡਰ ਲੱਗੇ ਕਿ ਜ਼ਿਆਦਾ ਪੈਸੇ ਹੋਊਗਾ। ਸੋ ਆਪਾਂ ਇੱਕ ਤਾਂ ਜਿਹੜੀ ਇੰਟਰਸਟ ਨੂੰ ਤਾਂ ਖਤਮ ਕਰਨਾ ਚਾਹੁੰਦੇ ਹਾਂ ਕਿ ਜੇ ਕੋਈ ਫੈਡਰਲ ਲੋਨ ਹੋਵੇ, ਕਿਸੇ ਬੱਚੇ ਦਾ ਕੋਈ ਲੋਨ ਹੋਵੇ, ਕਿ ਉਹਦੇ ਉੱਤੇ ਵਿਆਜ ਨਾ ਲੱਗੇ। ਦੂਜੀ ਗੱਲ ਹੈ, ਆਪਾਂ ਜਿਹੜੇ ਬੱਚੇ ਗ੍ਰੈਜੂਏਟ ਹੋਏ, ਹੁਣ ਮੈਂ ਆਪਣੀ ਐਗਜ਼ਾਮਪਲ ਦਿੱਤੀ, ਜਦੋਂ ਮੇਰੇ ਕੋਲ ਲੋਨ ਸੀਗਾ ਤਾਂ ਥੋੜ੍ਹੀ ਸੀ, ਹੁਣ ਬੱਚੇ ਜੇ ਲੋਨ ਲੈ ਰਹੇ ਨੇ ਬਹੁਤ ਜ਼ਿਆਦਾ ਆ। ਸੋ ਆਪਾਂ ਲੋਨ ਨੂੰ ਮਾफ़ ਕਰਨਾ ਚਾਹੁੰਦੇ ਹਾਂ। ਬੱਚੇ ਜਿਹੜੇ ਗ੍ਰੈਜੂਏਟ ਹੋਏ ਉਹਨਾਂ ਦੀ ਲੋਨ ਆਪਾਂ ਮਾफ़ ਕਰਨਾ, ਕਿਉਂਕਿ ਆਪਾਂ ਸਮਝਦੇ ਹਾਂ ਕਿ ਬੱਚੇ ਨੂੰ ਬਹੁਤ ਨੁਕਸਾਨ ਹੋਇਆ, ਬਹੁਤ ਜਿਹੜਾ ਉਹਨਾਂ ਦੇ ਉੱਤੇ ਬੋਝ ਪਿਆ, ਕਰਜ਼ਾ ਦੇ ਬੋਝ। ਸੋ ਆਪਾਂ ਉਹਦੇ 'ਚ ਆਪਾਂ 20,000 ਤੱਕ ਜਿਹੜੀ ਡੈਟ ਹੈ ਉਹਨੂੰ ਆਪਾਂ ਮਾफ़ ਕਰਨਾ ਚਾਹੁੰਦੇ ਹਾਂ, ਬੱਚੇ ਨੂੰ ਥੋੜ੍ਹੀ ਮਦਦ ਕਰਨ ਲਈ। ਅਤੇ ਅਖੀਰ 'ਚ ਸਾਡਾ ਜਿਹੜਾ ਸੁਪਨਾ ਹੈਗਾ, ਜੋ ਆਪਾਂ ਸੁਪਨਾ ਨਹੀਂ ਆਪਾਂ ਕਰਕੇ ਦਿਖਾਵਾਂਗੇ, ਆਪਾਂ ਚਾਹੁੰਦੇ ਹਾਂ ਕਿ ਕੋਈ ਬੈਰੀਅਰ ਨਾ ਹੋਵੇ, ਕੋਈ ਰੁਕਾਵਟ ਨਾ ਹੋਵੇ। ਜੇ ਕਿਸੇ ਨੇ ਪੜ੍ਹਾਈ ਕਰਨੀ ਹੋਵੇ ਕਿ ਉਹ ਪੂਰੀ ਪੜ੍ਹਾਈ ਕਰ ਸਕੇ ਅਤੇ ਉਹਦੇ ਕੋਈ ਰੁਕਾਵਟ ਨਾ ਆਵੇ, ਕਿ ਪੈਸਿਆਂ ਦਾ ਰੁਕਾਵਟ ਨਾ ਹੋਵੇ। ਜਿਵੇਂ ਆਪਾਂ ਕਿੰਡਰਗਾਰਡਨ ਤੋਂ ਹਾਈ ਸਕੂਲ ਤੱਕ ਆਪਣੀ ਪਬਲਿਕ ਢਾਂਚਾ 'ਚ ਹੈਗਾ, ਉਵੇਂ ਸਾਡੀ ਜਿਹੜੀ ਯੂਨੀਵਰਸਿਟੀ ਅਤੇ ਕਾਲਜ ਉਹ ਵੀ ਆਪਣੀ ਪਬਲਿਕ ਢਾਂਚਾ 'ਚ ਹੋਵੇ। ਸੋ ਕੋਈ ਉਹਦੇ ਖਰਚਾ ਨਾ ਲੱਗੇ। ਆਪਣਾ ਇਹ ਵਿਊ ਹੈਗਾ। ਜੇ ਆਪਾਂ ਸਮਾਜ ਨੂੰ ਵਧੀਆ ਬਣਾਉਣਾ ਤਾਂ ਪੜ੍ਹਾਈ ਦੀ ਬਹੁਤ ਜ਼ਰੂਰਤ ਹੈ, ਅਤੇ ਪੜ੍ਹਾਈ ਦੇ ਵਿੱਚ ਰੁਕਾਵਟ, ਪੈਸਿਆਂ ਦਾ ਰੁਕਾਵਟ ਨਾ ਹੋਵੇ। ਸੋ ਉਹ ਆਪਣਾ ਪਲੈਟਫਾਰਮ 'ਚ ਵੀ ਆਪਾਂ ਪਾਇਆ, ਉਹ ਆਪਾਂ ਉੱਥੇ ਪਹੁੰਚਣਾ ਚਾਹੁੰਦੇ ਹਾਂ। ਪਰ ਪਹਿਲੇ ਕਦਮ ਕੀ ਹੈਗੇ ਕਿ ਜਿਹੜੀ ਹੁਣ ਡੈਟ ਹੈਗਾ ਉਹਨੂੰ ਮਾफ़ ਕਰਨਾ ਅਤੇ ਵਿਆਜ ਨੂੰ ਖਤਮ ਕਰਨਾ। ਥੈਂਕ ਯੂ ਜੀ। ਮੇਰਾ ਸਵਾਲ ਹੈ ਹਾਊਸਿੰਗ ਕ੍ਰਾਈਸਿਸ ਐਂਡ ਹਾਊਸਿੰਗ ਅਫੋਰਡੇਬਿਲਿਟੀ ਬਾਰੇ। ਜੀ, ਜਿਸ ਤਰ੍ਹਾਂ ਪਿਛਲੇ 2 ਸਾਲਾਂ 'ਚ ਅਸੀਂ ਦੇਖ ਰਹੇ ਹਾਂ ਕਿ ਸਿਰਫ BC ਵਿੱਚ ਹੀ ਨਹੀਂ, ਪੂਰੇ ਕੈਨੇਡਾ ਵਿੱਚ ਰੀਅਲ ਏਸਟੇਟ ਮਾਰਕੀਟ ਬਹੁਤ ਜ਼ਿਆਦਾ ਵੱਧ ਗਈ ਹੈ। ਪ੍ਰੋਪਰਟੀ ਘਰਾਂ ਦੀ ਕੀਮਤ ਵਿੱਚ ਇੱਕਦਮ ਇਜ਼ਾਫਾ ਹੋਇਆ ਹੈ। ਲੋਕਾਂ ਦੀ ਇਨਕਮ ਉਸ ਹਿਸਾਬ ਨਾਲ ਨਹੀਂ ਵਧੀ ਹੈ। ਜੇ ਤੁਹਾਡੀ ਸਰਕਾਰ ਚੁਣੀ ਜਾਂਦੀ ਹੈ ਤਾਂ ਤੁਸੀਂ ਇਸ ਇਨਕਮ ਗੈਪ ਅਤੇ ਪ੍ਰੋਪਰਟੀ ਦੀ ਜਿਹੜੀ ਕਾਸਟ ਹੈ, ਇਸ ਨੂੰ ਕਿਸ ਤਰ੍ਹਾਂ ਖਤਮ ਕਰ ਸਕੋਗੇ? ਜੀ, ਬਹੁਤ ਮਿਹਰਬਾਨੀ। ਇਹ ਬਹੁਤ ਗੰਭੀਰ ਸਵਾਲ ਹੈ ਅਤੇ ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹ ਬੋਝ ਹੈ ਕਿ ਜੇ ਕਿਸੇ ਕੋਲ ਘਰ ਹੈਗਾ ਤਾਂ ਉਹ ਆਪਣੇ ਬੱਚੇ ਬਾਰੇ ਫਿਕਰ ਕਰ ਰਹੇ ਨੇ ਕਿ ਆਪਣੇ ਬੱਚੇ ਨੂੰ ਘਰ ਖਰੀਦਣ ਜੋਗੇ ਕਿੱਦਾਂ ਹੋਣਗੇ, ਕਿਉਂਕਿ ਆਪਾਂ ਵੀ ਮਸਾਂ ਘਰ ਖਰੀਦਿਆ, ਹੁਣ ਆਪਣੇ ਗਾਂਵ ਬੱਚੇ ਕਿੱਦਾਂ ਘਰ ਖਰੀਦਣਗੇ। ਹੁਣ ਉਹਨੇ ਆਪਣਾ ਇੱਕ ਸਰਵੇ ਕੀਤਾ ਆ ਅਤੇ ਖੋਜ ਕੀਤੀ ਆ ਕਿ ਜੇ ਇਸ ਵਕਤ ਸਾਰੇ ਜਣੇ ਇਸ ਵਕਤ ਘਰ ਖਰੀਦਣ ਤਾਂ ਸਿਰਫ 3 ਹਿੱਸਿਆਂ 'ਚੋਂ 1 ਹਿੱਸਾ ਕੈਨੇਡੀਅਨਸ ਆਪਣੇ ਘਰ ਖਰੀਦ ਸਕਦੇ ਨੇ ਇਸ ਵਕਤ। ਹੁਣ ਮਤਲਬ ਕਿ ਜਿਹਦੇ ਕੋਲ ਘਰ ਹੈਗਾ ਆ, ਜੇ ਉਹ ਘਰ ਇਸ ਵਕਤ ਮਾਰਕੀਟ 'ਤੇ ਸੀਗਾ, ਸਿਰਫ 1/3 3 ਹਿੱਸੇ 'ਚੋਂ 1 ਹਿੱਸਾ ਆਪਣਾ ਘਰ ਖਰੀਦ ਸਕਦੇ ਜੇ ਅੱਜ ਮਾਰਕੀਟ 'ਤੇ ਸੀਗਾ। ਕਹਿਣ ਦਾ ਭਾਵ ਹੈ ਕਿ 2/3 ਆਫ ਕੈਨੇਡੀਅਨਸ ਕੋਈ ਘਰ ਨਹੀਂ ਖਰੀਦ ਸਕਦੇ। ਆਪਣਾ ਘਰ ਵੀ ਜਿਹਦੇ ਵਿੱਚ ਉਹ ਰਹਿ ਰਹੇ ਨੇ ਉਹ ਵੀ ਘਰ ਖਰੀਦ ਨਹੀਂ ਸਕਣਾ ਸੀਗਾ ਜੇ ਹੁਣ ਅੱਜ ਖਰੀਦਣਾ ਪਵੇ। ਮਤਲਬ ਬਹੁਤ ਬੁਰਾ ਹਾਲ ਹੋਇਆ ਪਿਆ।
ਬਹੁਤ ਹੀ ਜ਼ਿਆਦਾ। ਹੁਣ ਆਪਾਂ ਜੇ ਜਿਹਦੇ ਕੋਲ ਘਰ ਹੈਗਾ, ਜਿਹਦੇ ਕੋਲ ਨੌਕਰੀ ਹੈ, ਜਿਹਦੇ ਕੋਲ ਸਾਰਾ ਉਮਰ ਕੰਮ ਕੀਤਾ, ਜੇ ਉਹ ਆਪਣਾ ਘਰ ਇਸ ਵਕਤ ਜੇ ਮਾਰਕੀਟ 'ਤੇ ਹੋਵੇ ਖਰੀਦ ਨਹੀਂ ਸਕਦਾ, ਹਾਂ ਗਾਂ ਸਾਡੇ ਬੱਚਿਆਂ ਦਾ ਕੀ ਬਣੂਗਾ, ਉਹ ਜਮੇ ਨਹੀਂ ਖਰੀਦ ਸਕਦੇ। ਸੋ ਇਹ ਇੱਕ ਬਹੁਤ ਹੀ ਵੱਡਾ ਸਮੱਸਿਆ ਹੈਗਾ ਅਤੇ ਉਹਦੇ ਵਿੱਚ ਦੋ ਆਪਾਂ ਹੱਲ ਪੇਸ਼ ਕਰ ਰਹੇ ਹਾਂ। ਇੱਕ ਤਾਂ ਬਹੁਤ ਸਾਰੇ ਪ੍ਰੈਸ਼ਰਸ ਨੇ ਜਿਹੜੇ ਘਰ ਦੀ ਕੀਮਤਾਂ ਜ਼ਿਆਦਾ ਵਧਾ ਰਹੇ ਨੇ। ਇੱਕ ਤਾਂ ਸਪੈਕੂਲੇਸ਼ਨ ਹੋ ਰਿਹਾ, ਜਿਹੜੇ ਘਰ ਨੂੰ ਫਲਿੱਪ ਕਰ ਰਹੇ ਨੇ ਇੱਕ ਪ੍ਰੋਫਿਟ ਬਣਾਉਣ ਵਾਸਤੇ। ਜਿਹੜਾ ਬੰਦਾ ਘਰ ਖਰੀਦਦਾ, ਉਹਦੇ 'ਚ ਰਹਿੰਦਾ, ਪਰਿਵਾਰ ਦੇ ਨਾਲ ਰਹਿੰਦਾ ਅਤੇ ਫਿਰ ਗਾਂਹ ਜਾ ਕੇ ਵੇਚਣਾ ਚਾਹੁੰਦਾ, ਉਹ ਤਾਂ ਵੱਖਰੀ ਗੱਲ ਆ। ਪਰ ਜਿਹੜਾ ਬੰਦਾ 1 ਸਾਲ ਦੇ ਵਿੱਚ ਜਾਂ ਕੁਛ ਸਾਲਾਂ ਵਿੱਚ ਕਿੰਨੇ 20, 30, 40 ਘਰ ਫਲਿੱਪ ਕਰਦਾ ਆ, ਉਹ ਇੱਕ ਖੇਡ ਰਿਹਾ ਇੱਕ ਹਾਊਸਿੰਗ ਮਾਰਕੀਟ ਦੇ ਨਾਲ ਜਿਵੇਂ ਉਹ ਸਟਾਕ ਮਾਰਕੀਟ ਹੋਵੇ, ਅਤੇ ਉਹਨੂੰ ਆਪਾਂ ਰੋਕਣਾ ਚਾਹੁੰਦੇ ਹਾਂ। ਸਾਨੂੰ ਠੀਕ ਨਹੀਂ ਲੱਗਦਾ ਕਿ ਹਾਊਸਿੰਗ ਮਾਰਕੀਟ ਨੂੰ ਇੱਦਾਂ ਵਰਤਿਆ ਜਾਵੇ, ਕਿਉਂਕਿ ਨੁਕਸਾਨ ਕੀ ਹੁੰਦਾ, ਫਿਰ ਆਮ ਸਾਡੇ ਵੀ ਜਿਹੜੇ ਬੱਚੇ ਨੇ, ਜਿਹਦੇ ਕੋਲ ਵਧੀਆ ਨੌਕਰੀ ਵੀ ਹੋਣ, ਵਧੀਆ ਨੌਕਰੀ ਵਾਲੇ ਵੀ ਕਹਿ ਰਹੇ ਨੇ ਕਿ ਆਪਾਂ ਘਰ ਨਹੀਂ ਖਰੀਦ ਸਕਦੇ, ਅਤੇ ਉਹ ਕੀ ਕਰ ਰਹੇ ਨੇ, ਫਿਰ ਆਪਣੇ ਘਰ ਤੋਂ, ਆਪਣੇ ਸ਼ਹਿਰ ਤੋਂ, ਜਿੱਥੇ ਉਹਨਾਂ ਦੇ ਪਰਿਵਾਰ ਹੋਵੇ, ਜਿੱਥੇ ਉਹਦੇ ਮਿੱਤਰ ਨੇ, ਜਿੱਥੇ ਨੌਕਰੀ ਹੈ, ਉੱਥੋਂ ਛੱਡ ਕੇ ਹੋਰ ਦੂਰ ਜਾ ਰਹੇ ਨੇ, ਅਤੇ ਅਗੇਨ ਇੱਕ ਨੁਕਸਾਨ ਪੈ ਰਿਹਾ, ਪਰਿਵਾਰਾਂ ਨੂੰ ਨੁਕਸਾਨ ਪੈਂਦਾ ਕਿਉਂਕਿ ਫਿਰ ਦੂਰ ਅਲੱਗ ਹੋ ਜਾਂਦੇ, ਅਤੇ ਇਹਦਾ ਹੱਲ ਕਰਨਾ ਚਾਹੀਦਾ। ਸੋ ਇੱਕ ਤਾਂ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਬਿਗ ਮਨੀ, ਜਿਹੜੇ ਬਹੁਤ ਹੀ ਜ਼ਿਆਦਾ ਪੈਸੇ ਇਹਦੇ ਵਿੱਚ ਮਾਰਕੀਟ ਦੇ ਵਿੱਚ ਖੇਡਿਆ ਜਾ ਰਿਹਾ, ਉਹਨੂੰ ਆਪਾਂ ਕਰਨਾ ਚਾਹੁੰਦੇ ਹਾਂ। ਕਿਵੇਂ? ਇੱਕ ਆਪਾਂ ਫੋਰਨ ਬਾਇਰਸ ਟੈਕਸ ਭਾਰਾ ਲਵਾਂਗੇ ਪੂਰਾ ਨੈਸ਼ਨਲ ਸੂਬੇ ਦੇ ਵਿੱਚ ਕੋਸ਼ਿਸ਼ ਕੀਤੀ ਆ, ਅਤੇ ਉਹਦਾ ਫਾਇਦਾ ਵੀ ਹੋਇਆ ਥੋੜ੍ਹਾ ਜਿਹਾ। ਆਪਾਂ ਫੈਡਰਲ ਖੇਤਰ ਤੋਂ ਉਹ ਫੋਰਨ ਬਾਇਰਸ ਟੈਕਸ ਲਾਵਾਂਗੇ ਤਾਂ ਕਿ ਆਪਣੇ ਬੱਚੇ ਕੋਈ ਫੋਰਨ ਕੰਪਨੀ ਨਾਲ ਕੰਪੀਟ ਕਰਨ ਦਾ ਲੋੜ ਨਾ ਪਵੇ ਜਦੋਂ ਪਹਿਲਾਂ ਘਰ ਖਰੀਦ ਰਹੇ ਨੇ। ਦੂਜੀ ਗੱਲ ਆਪਾਂ ਕਰਨਾ ਚਾਹੁੰਦੇ ਹਾਂ ਇਹ ਹੈਗਾ ਕਿ ਜਿਹੜੇ ਕੈਪੀਟਲ ਗੇਨਸ ਟੈਕਸ ਨੂੰ ਚੇਂਜ ਕਰਨਾ, ਆਪਾਂ ਵਾਪਸ ਲੈ ਕੇ ਆਉਣਾ ਚਾਹੁੰਦੇ ਹਾਂ ਜਿੱਥੇ ਹੁੰਦਾ ਸੀਗਾ 2000 ਦੇ ਵਿੱਚ, 2000 ਈਅਰ ਦੇ ਵਿੱਚ ਜਿੱਦਾਂ ਸੀਗਾ, ਤਾਂ ਕਿ ਆਪਾਂ ਡਿਸਕਰੇਜ ਕਰੀਏ ਕਿ ਘਰ ਹਾਊਸਿੰਗ ਮਾਰਕੀਟ ਨੂੰ ਸਟਾਕ ਮਾਰਕੀਟ ਵਾਂਗੂ ਵਰਤਿਆ ਜਾਵੇ। ਆਪਾਂ ਲੀਗਲ ਜਿਹੜੇ ਐਕਟੀਵਿਟੀਜ਼, ਮਨੀ ਲਾਂਡਰਿੰਗ ਅਤੇ ਹੋਰ ਵੀ ਜਿਹੜੇ ਲੀਗਲ ਐਕਟੀਵਿਟੀਜ਼, ਉਹ ਵੀ ਘਰ ਦੀ ਕੀਮਤਾਂ ਵਧਾ ਰਹੇ ਨੇ, ਉਹਨੂੰ ਆਪਾਂ ਖ਼ਤਮ ਕਰਨਾ ਚਾਹੁੰਦੇ ਹਾਂ। ਅਤੇ ਫੈਡਰਲ ਖੇਤਰ ਤੋਂ ਹਾਲੇ ਤੱਕ ਕੁਛ ਨਹੀਂ ਹੋਇਆ, ਉਹਨਾਂ ਨੇ ਮਨੀ ਲਾਂਡਰਿੰਗ ਨੂੰ ਰੋਕਣ ਦਾ ਕੁਛ ਨਹੀਂ ਕੀਤਾ, ਅਤੇ ਫੈਡਰਲ ਖੇਤਰ ਤੋਂ ਹੀ ਆਪਾਂ ਮਨੀ ਲਾਂਡਰਿੰਗ ਨੂੰ ਰੋਕ ਸਕਦੇ ਹਾਂ, ਅਤੇ ਇੱਕ ਆਹ ਅਪਰੋਚ ਹੈਗਾ। ਦੂਜੀ ਗੱਲ ਆ ਕਿ ਆਪਾਂ ਫੈਡਰਲ ਲੈਵਲ ਤੋਂ ਪਿਛਲੇ 2-3 ਦਹਾਕਿਆਂ ਤੋਂ ਫੈਡਰਲ ਸਰਕਾਰ ਨੇ ਬਾਹਲੇ ਕੋਈ ਪੈਸੇ ਇਨਵੈਸਟਮੈਂਟ ਨਹੀਂ ਕੀਤਾ ਕਿ ਘਰ ਅਫੋਰਡੇਬਲ ਬਣਾਉਣੇ ਜਾਂ ਅਪਾਰਟਮੈਂਟ ਅਫੋਰਡੇਬਲ ਰੈਂਟ ਕਰਨੇ, ਉਹਦੇ 'ਚ ਕੋਈ ਹਿੱਸਾ ਜ਼ਿਆਦਾ ਨਹੀਂ ਦਿੱਤਾ ਪਿਛਲੇ 3 ਦਹਾਕਿਆਂ ਤੋਂ। ਉਹ ਆਪਾਂ ਬਦਲਣਾ ਚਾਹੁੰਦੇ ਹਾਂ। ਆਪਾਂ 5 ਲੱਖ ਨਵੇਂ ਘਰ ਬਣਾਉਣਾ ਚਾਹੁੰਦੇ ਹਾਂ, ਉਹਦੇ 'ਚ ਅਪਾਰਟਮੈਂਟ ਵੀ ਹੋਣਗੇ, ਘਰ ਵੀ ਹੋਣਗੇ, ਰੈਂਟਲ ਵੀ ਹੋਣਗੇ, ਜਿਹੜੀ ਲੋਕਾਂ ਨੂੰ ਅਫੋਰਡੇਬਲ ਹੋਵੇ। ਉਹਦੇ ਨਾਲ ਆਪਾਂ ਪੂਰੀ ਹਾਊਸਿੰਗ ਮਾਰਕੀਟ ਨੂੰ ਆਪਾਂ ਬਦਲ ਸਕਦੇ ਹਾਂ ਤਾਂ ਕਿ ਆਮ ਬੱਚਿਆਂ ਨੂੰ ਘਰ ਖਰੀਦਣਾ ਉਹਨੂੰ ਮੌਕਾ ਹੋਵੇ। ਮਾਈ ਫੋਲੋ ਅਪ ਕੁਐਸਚਨ ਇਜ਼ ਕਿ ਜਦੋਂ ਤੁਸੀਂ ਗੱਲ ਕਹੀ ਹੈ ਲੂਪ ਹੋਲਸ ਦੀ, ਕਈ ਵਾਰੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਲੋਕ ਪ੍ਰੋਪਰਟੀ ਫਲਿੱਪ ਕਰਦੇ ਆ ਜਾਂ ਟੈਕਸ ਦੇ ਵਿੱਚ ਲੂਪ ਹੋਲਸ ਹੈ, ਤਾਂ ਲੂਪ ਹੋਲਸ ਕਿਸੇ ਨਾ ਕਿਸੇ ਸਿਸਟਮ ਵਿੱਚ ਆ ਜਾਂਦੇ ਆ। ਉਹਨਾਂ ਨੇ ਵੀ ਕੁਝ ਸੋਚ ਕੇ ਪਾਲਿਸੀ ਬਣਾਈ ਹੋਏਗੀ, ਪਿਛਲੀ ਸਰਕਾਰਾਂ ਨੇ, ਤੁਸੀਂ ਵੀ ਕੁਝ ਸੋਚ ਕੇ ਬਣਾਓਗੇ, ਪਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਪੈਕੂਲੇਸ਼ਨ ਟੈਕਸ ਜਾਂ ਜਿਹੜੇ ਕਿ ਫੋਰਨ ਬਾਇਰਸ ਉਹਨਾਂ ਨੇ ਮਾਰਕੀਟ ਨੂੰ ਐਕਸਪਲੋਇਟ ਕੀਤਾ ਹੈ, ਜੇ ਤੁਹਾਡੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਕਿ ਤੁਸੀਂ ਫੋਰਨ ਬਾਇਰਸ ਨੂੰ ਪੂਰੀ ਤਰ੍ਹਾਂ ਮਾਰਕੀਟ 'ਚ ਰਿਮੂਵ ਕਰ ਸਕੋਗੇ? ਜੀ ਬਿਲਕੁਲ ਕਰ ਸਕਦੇ ਹਾਂ, ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਲੂਪ ਹੋਲਸ ਜਾਣ ਕੇ ਬਣਾਏ ਸੀਗੇ ਕਿਉਂਕਿ ਚਾਹੁੰਦੇ ਸੀਗੇ ਕਿ ਲੂਪ ਹੋਲਸ ਹੋਣ। ਆਪਾਂ ਨਹੀਂ ਚਾਹੁੰਦੇ ਕਿ ਲੂਪ ਹੋਲਸ ਹੋਣ। ਆਪਾਂ ਆਮ ਬੰਦਿਆਂ ਵਾਸਤੇ ਮਾਰਕੀਟ ਬਣਾਉਣਾ ਚਾਹੁੰਦੇ ਹਾਂ ਕਿ ਆਮ ਬੰਦਾ ਘਰ ਖਰੀਦ ਸਕੇ। ਦੂਜੀ ਪਾਰਟੀਆਂ ਨੇ ਦਿਖਾਇਆ ਕਿ ਉਹ ਅਮੀਰਾਂ ਵਾਸਤੇ ਕੰਮ ਕਰਦੇ, ਉਹਨਾਂ ਨੇ ਢਾਂਚਾ ਇਹੋ ਜਿਹਾ ਬਣਾਇਆ ਕਿ ਅਮੀਰ ਹੋਰ ਅਮੀਰ ਬਣਨ, ਅਤੇ ਆਪਾਂ ਉਹੀ ਨਤੀਜਾ ਨਿਕਲਿਆ, ਉਹੀ ਨਤੀਜਾ ਹੋਇਆ ਜੋ ਉਹ ਚਾਹੁੰਦੇ ਸੀਗੇ। ਆਪਾਂ ਨਹੀਂ ਚਾਹੁੰਦੇ, ਆਪਾਂ ਆਮ ਲੋਕਾਂ ਦੇ ਵਾਸਤੇ ਹੈਗੇ ਹਾਂ, ਆਪਾਂ ਸਮਾਲ ਬਿਜ਼ਨਸਿਸ ਵਾਸਤੇ ਹੈਗੇ ਹਾਂ, ਅਤੇ ਆਪਾਂ ਇਹੋ ਜਿਹਾ ਹਾਊਸਿੰਗ ਮਾਰਕੀਟ, ਇਹੋ ਜਿਹਾ ਢਾਂਚਾ ਬਣਾਉਣਾ ਚਾਹੁੰਦੇ ਹਾਂ ਜਿਹਦੇ 'ਚ ਆਮ ਬੰਦਾ ਨੂੰ ਮੌਕਾ ਮਿਲੇ, ਆਮ ਬੰਦਾ ਘਰ ਖਰੀਦ ਸਕੇ, ਨਾ ਕਿ ਇਕੱਲੇ ਜਿਹੜੇ ਬਹੁਤ ਹੀ ਜ਼ਿਆਦਾ ਅਮੀਰ ਕਰੋੜਪਤੀ ਵਾਲੇ ਕੰਪਨੀਜ਼ ਉਹੀ ਖਰੀਦ ਸਕਣ। ਆਪਾਂ ਚਾਹੁੰਦੇ ਹਾਂ ਕਿ ਇਹ ਜਿਹੜਾ ਢਾਂਚੇ ਨੂੰ ਆਪਾਂ ਬਦਲੀਏ ਅਤੇ ਲੋਕਾਂ ਨੂੰ ਭਲਾ ਹੋਵੇ, ਲੋਕਾਂ ਨੂੰ ਫਾਇਦਾ ਹੋਵੇ। ਥੈਂਕ ਯੂ ਜੀ। 10 ਮਿੰਟ ਰਹਿੰਦੇ ਆ, so we're in our last 10 minutes, so we'll probably wrap up in 10 minutes. ਥੈਂਕ ਯੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਅਮਰਜੀਤ ਭੁੱਲਰ ਹੈ, ਮੈਂ ਰਿਟਾਇਰਡ ਪ੍ਰੋਫੈਸਰ ਹਾਂ UNBC 'ਚੋਂ ਜੀ, ਪ੍ਰਿੰਸ ਜਾਰਜ ਤੋਂ। ਅਤੇ ਮੇਰਾ ਸਵਾਲ ਇਹ ਹੈਗਾ ਵੀ ਪੋਸਟ ਸੈਕੰਡਰੀ ਐਜੂਕੇਸ਼ਨ ਦੇ ਉੱਤੇ ਜਿਹੜੀ ਫੰਡਿੰਗ ਹੈ ਇਹ ਲਗਾਤਾਰ ਘਟ ਰਹੀ ਹੈ। ਸਾਡੀਆਂ ਯੂਨੀਵਰਸਿਟੀ ਅਤੇ ਕਾਲਜਸ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਫੰਡਿੰਗ ਦੇ ਉੱਪਰ ਚੱਲ ਰਹੇ ਨੇ, ਅਤੇ ਸਾਡੀ ਇਨੋਵੇਸ਼ਨ ਅਤੇ ਰਿਸਰਚ ਦੇ ਉੱਪਰ ਵੀ ਬਹੁਤ ਫਰਕ ਪੈ ਰਿਹਾ ਹੈ। ਤੁਹਾਡਾ ਇਹਦੇ ਬਾਰੇ ਕੀ ਓਪੀਨੀਅਨ ਹੈ? ਇੱਕ ਤਾਂ ਮੇਰਾ ਇਹ ਸਵਾਲ ਹੈ ਜੀ। ਦੂਸਰਾ ਮੇਰਾ ਸਵਾਲ ਇਹ ਹੈਗਾ ਵੀ ਪੈਂਡੈਮਿਕ ਦੇ ਦੌਰਾਨ
ਜਿਹੜਾ ਸਾਡਾ ਲੌਂਗ ਟਰਮ ਕੇਅਰ ਹੋਮ ਸੀ, ਇਹਨਾਂ ਉੱਪਰ ਸਾਡਾ ਫੋਕਸ ਬਹੁਤ ਜ਼ਿਆਦਾ ਚਲਾ ਗਿਆ ਅਤੇ ਇਹਦੇ ਵਿੱਚ ਇਹ ਵੀ ਜ਼ਰੂਰੀ ਹੈ। ਪਰ ਜਿਹੜਾ ਇਹਦੇ ਨਾਲ ਮਿਸਿੰਗ ਹੈ ਓਲਡ ਏਜ ਪੈਨਸ਼ਨ ਹੈ ਜਿਹੜੀ, ਜਾਂ OAS ਹੈ ਜਾਂ GIS ਹੈ, ਉਹ ਆਲਮੋਸਟ ਸਟੈਗਨੈਂਟ ਹੈ। 3.7% ਇਨਫਲੇਸ਼ਨ ਰੇਟ ਹੋ ਗਿਆ ਹੈਗਾ। ਸੋ ਇਸ ਨੂੰ ਕਿਸ ਤਰ੍ਹਾਂ ਤੁਸੀਂ ਵਧਾਉਣ ਦੀ ਕੋਸ਼ਿਸ਼ ਕਰੋਗੇ? ਤੀਸਰਾ ਮੇਰਾ ਛੋਟਾ ਸਵਾਲ ਹੋਰ ਵੀ ਹੈ। ਤਿੰਨ ਤੋਂ ਜ਼ਿਆਦਾ ਨਾ ਹੋਵੇ, ਮੈਂ ਭੁੱਲ ਜਾਊਂਗਾ। ਛੋਟਾ ਹੀ ਸਵਾਲ ਹੈ। ਜਿਹੜੀ ਪੈਂਡੈਮਿਕ ਹੈ, ਇਹ ਜਿੰਨਾ ਚਿਰ ਗਲੋਬਲ ਲੈਵਲ 'ਤੇ ਖਤਮ ਨਹੀਂ ਹੋਊਗਾ ਉਹਨਾਂ ਚਿਰ ਇਹ ਖਤਮ ਨਹੀਂ ਹੋ ਸਕਦਾ ਹੈਗਾ। ਇਹਦਾ ਕਾਰਨ ਇਹ ਹੈਗਾ ਵੀ WTO ਦੇ ਵਿੱਚ ਕੇਸ ਪਿਆ ਹੋਇਆ ਹੈਗਾ ਜਿੱਥੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਵੇਵਰ ਦਾ ਹੈ, ਉਹਦੇ ਵਿੱਚ ਕੈਨੇਡਾ ਦਾ ਕੀ ਸਟੈਂਡ ਹੋਊਗਾ? ਠੀਕ ਹੈ ਜੀ, ਠੀਕ ਹੈ ਜੀ। ਹੈਗੇ ਬੜੇ ਤਕੜੇ ਸਵਾਲ, ਸੋ ਜ਼ਰੂਰ ਜਵਾਬ ਦਊਂਗਾ ਜੀ। ਪਹਿਲਾਂ ਸ਼ੁਰੂ ਕਰਦਾ ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਦੀ ਵੇਵਰ ਦੀ ਗੱਲ। ਉੱਥੇ ਆਪਣੀ ਪੋਜੀਸ਼ਨ NDP ਦੀ ਪੋਜੀਸ਼ਨ ਬੜਾ ਸਖਤ ਆ ਕਿ ਹਾਂ ਸਾਨੂੰ ਜਿਹੜੀ ਪੈਟੈਂਟ ਪ੍ਰੋਟੈਕਸ਼ਨ ਨੂੰ ਵੇਵ ਕਰਨਾ ਚਾਹੀਦਾ। ਉਹਦਾ ਕਾਰਨ ਕੀ ਹੈਗਾ ਕਿ ਹੁਣ ਜਿਹੜੇ ਦੇਸ਼ ਹੈਗੇ ਜਿਹਦੇ ਕੋਲ ਘੱਟ ਪੈਸੇ ਹੈ, ਉਹ ਆਪਣੇ ਦੇਸ਼ ਦੇ ਵਿੱਚ ਵੈਕਸੀਨ ਬਣਾ ਸਕਦੇ ਨੇ, ਉਹਦੇ ਕੋਲ ਢਾਂਚਾ ਹੈਗਾ, ਪਰ ਉਹਨੂੰ ਬਣਾਉਣ ਦਾ ਹੱਕ ਨਹੀਂ ਹੈਗਾ ਕਿਉਂਕਿ ਪੈਟੈਂਟ ਕਰਕੇ ਉਹ ਬਣਾ ਨਹੀਂ ਸਕਦੇ। ਹੁਣ ਉਹ ਘੱਟ ਅਮੀਰ ਦੇਸ਼ ਹੈਗੇ ਅਤੇ ਜੇ ਉਹ ਵੈਕਸੀਨ ਨਹੀਂ ਆਪ ਬਣਾ ਸਕਦੇ, ਉਹ ਖਰੀਦ ਨਹੀਂ ਸਕਦੇ, ਨਾ ਆਪ ਬਣਾ ਸਕਦੇ, ਫਿਰ ਉਹਨਾਂ ਦਾ ਜਿਹੜੇ ਆਬਾਦੀ ਆ ਵੈਕਸੀਨੇਟ ਨਹੀਂ ਹੋਊਗਾ ਅਤੇ ਫਿਰ ਜਿਹੜੀ ਐਪੀਡੈਮਿਕ ਦੀ ਫੈਲਣ ਦਾ ਜ਼ਿਆਦਾ ਖਤਰਾ ਹੈਗਾ। ਸੋ ਆਪਾਂ ਕੀ ਕਰਨਾ ਚਾਹੁੰਦੇ ਹਾਂ ਕਿ ਪੈਟੈਂਟ ਨੂੰ ਵੇਵ ਕਰਨਾ ਚਾਹੀਦਾ ਤਾਂ ਕਿ ਘੱਟ ਅਮੀਰ ਦੇਸ਼ ਉੱਥੇ ਆਪਣੇ ਦੇਸ਼ ਦੇ ਵਿੱਚ ਵੈਕਸੀਨ ਬਣਾ ਸਕਣ ਅਤੇ ਆਪਣੀ ਪਾਪੂਲੇਸ਼ਨ ਨੂੰ ਵੈਕਸੀਨੇਟ ਕਰ ਸਕਣ। ਅਤੇ ਬਿਲਕੁਲ ਇਸ ਸਵਾਲ ਦਾ ਕਾਫੀ ਵਧੀਆ ਗੰਭੀਰ ਸਵਾਲ ਇਸ ਕਰਕੇ ਹੈ ਕਿਉਂਕਿ ਇਹ ਪੈਂਡੈਮਿਕ ਗਲੋਬਲ ਹੈਗਾ ਅਤੇ ਜੇ ਆਪਾਂ ਇੱਥੇ ਪੈਂਡੈਮਿਕ ਦਾ ਸਾਹਮਣਾ ਕਰਦੇ ਹਾਂ ਪਰ ਹੋਰ ਕੋਈ ਦੇਸ਼ ਦੇ ਵਿੱਚ ਨਹੀਂ ਕਰਦੇ ਤਾਂ ਛੇਤੀ ਇਹ ਫੇਰ ਫੈਲ ਸਕਦੀ ਹੈ। ਸੋ ਸਾਡੀ ਇੱਕ ਜ਼ਿੰਮੇਵਾਰੀ ਹੈ ਇਨਸਾਨੀਅਤ ਤੌਰ 'ਤੇ, ਕਿਉਂਕਿ ਆਪਾਂ ਜਾਨ ਬਚਾਉਣਾ, ਜੀਵਨ ਬਚਾਉਣਾ ਚਾਹੁੰਦੇ ਹਾਂ ਇਨਸਾਨੀਅਤ ਤੌਰ 'ਤੇ, ਪਰ ਈਵਨ ਇੱਕ ਲੌਜੀਕਲ ਤੌਰ 'ਤੇ ਸਾਨੂੰ ਇਹ ਕਰਨਾ ਚਾਹੀਦਾ। ਸੋ ਮੈਂ ਸਹਿਮਤ ਹਾਂ। ਹਾਲੇ ਤੱਕ ਜਸਟਿਨ ਟਰੂਡੋ ਨੇ ਆਪਣਾ ਪੋਜੀਸ਼ਨ ਨਹੀਂ ਸਾਫ਼ ਕੀਤਾ। ਮੈਂ ਇਹ ਸਪੈਸੀਫਿਕ ਸਵਾਲ ਪਾਰਲੀਮੈਂਟ ਦੇ ਵਿੱਚ ਖੁਦ ਪੁੱਛਿਆ ਕਈ ਵਾਰੀ ਅਤੇ ਹਾਲੇ ਤੱਕ ਮੈਨੂੰ ਜਵਾਬ ਨਹੀਂ ਮਿਲਿਆ ਕਿ ਟਰੂਡੋ ਦਾ ਕੀ ਪੋਜੀਸ਼ਨ ਹੋਊਗਾ। ਈਵਨ ਪ੍ਰੈਜ਼ੀਡੈਂਟ ਬਾਈਡਨ ਨੇ ਆਪ ਕਿਹਾ ਕਿ ਉਹ ਵੇਵ ਕਰਨ ਨੂੰ ਤਿਆਰ ਹੈਗਾ, ਪਰ ਹਾਲੇ ਤੱਕ ਜਸਟਿਨ ਟਰੂਡੋ ਨੇ ਸਾਫ਼ ਨਹੀਂ ਦੱਸਿਆ ਕਿ ਵੇਵ ਕਰੂਗਾ ਕਿ ਨਹੀਂ। ਮੈਨੂੰ ਲੱਗਦਾ ਕਿ ਉਹ ਫਾਰਮਾਸਿਊਟੀਕਲ ਕੰਪਨੀਜ਼ ਤੋਂ ਡਰਦਾ ਆ, ਪਰ ਮੈਂ ਨਹੀਂ ਡਰਦਾ। ਮੈਂ ਕਹਿੰਦਾ ਮੁਕਾਬਲਾ ਕਰਨਾ ਚਾਹੀਦਾ। ਜਿੱਥੇ ਲੋਕਾਂ ਨੂੰ ਫਾਇਦਾ ਹੋਵੇ ਉੱਥੇ ਮੈਂ ਮੁਕਾਬਲਾ ਕਰਨ ਨੂੰ ਹਰ ਵਕਤ ਤਿਆਰ ਹਾਂ। ਦੂਜਾ ਤੁਹਾਡਾ ਸਵਾਲ ਸੀ ਭਾਈ ਸਾਹਿਬ ਯੂਨੀਵਰਸਿਟੀਜ਼ ਬਾਰੇ। ਆਪਾਂ ਥੋੜ੍ਹਾ ਜਿਹਾ ਟੱਚ ਕੀਤਾ ਪਰ ਤੁਸੀਂ ਥੋੜ੍ਹੀ ਹੋਰ ਡੂੰਘੇ ਗਏ। ਚੰਗਾ ਸਵਾਲ ਆ ਕਿ ਹੁਣ ਤੱਕ ਜਿਹੜੀ ਫੰਡਿੰਗ ਯੂਨੀਵਰਸਿਟੀਜ਼ ਨੂੰ ਮਿਲਦਾ ਉਹ ਘੱਟਦਾ ਜਾ ਰਿਹਾ ਅਤੇ ਆਪਾਂ ਦੇਖ ਰਹੇ ਹਾਂ ਕਿ ਉਹ ਫੰਡਿੰਗ ਨੂੰ ਰਿਪਲੇਸ ਕਰਨ ਵਾਸਤੇ ਉਹ ਇੰਟਰਨੈਸ਼ਨਲ ਸਟੂਡੈਂਟਸ ਤੋਂ ਪੈਸੇ ਲੈ ਰਹੇ ਨੇ ਅਤੇ ਉਹਨੂੰ ਇੱਕ ਫੰਡਿੰਗ ਮਾਡਲ ਸਮਝਿਆ ਅਤੇ ਇਹ ਕੋਈ ਸਹੀ ਫੰਡਿੰਗ ਮਾਡਲ ਹੈ ਨਹੀਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਹੀ ਜ਼ਿਆਦਾ ਪੈਸੇ ਚਾਰਜ ਕਰੋ ਆਪਣੀ ਯੂਨੀਵਰਸਿਟੀ ਚਲਾਉਣ ਲਈ। ਇਹ ਕੋਈ ਸਟੇਬਲ ਫੰਡਿੰਗ ਆਪਸ਼ਨ ਨਹੀਂ ਹੈਗਾ। ਸੋ ਕੀ ਹੋਇਆ ਪਿਛਲੇ ਕਾਫੀ ਚਿਰ ਤੋਂ ਫੈਡਰਲ ਖੇਤਰ ਤੋਂ ਵੀ ਜਿਹੜੀ ਜ਼ਿੰਮੇਵਾਰੀ ਸੀ ਉਹ ਆਪਣੀ ਜ਼ਿੰਮੇਵਾਰੀ ਨਹੀਂ ਪੂਰੇ ਕਰ ਰਹੇ ਨੇ। ਜਿਹੜੀ ਫੰਡਿੰਗ ਹੁੰਦੀ ਸੀਗੀ ਉਹ ਕਾਫੀ ਘਟਾ ਰਹੇ ਨੇ ਕਾਫੀ ਚਿਰ ਤੋਂ। ਸੋ ਆਪਾਂ ਫੰਡਿੰਗ ਨੂੰ ਰੀਇਨਸਟੇਟ ਕਰਨਾ, ਉਹਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਕਿ ਆਪਾਂ ਇਹ ਮਾਹੌਲ 'ਚ ਨਾ ਹੋਵੇ ਕਿ ਸਾਡੀ ਫੰਡਿੰਗ ਘੱਟ ਰਹੀ ਹੈ, ਰਿਸਰਚ ਦੇ ਵਿੱਚ ਪੈਸੇ ਘੱਟ ਰਹੇ ਨੇ, ਇਨੋਵੇਸ਼ਨ ਦੇ ਵਿੱਚ ਪੈਸੇ ਘੱਟ ਰਹੇ ਨੇ ਅਤੇ ਸਿਰਫ ਗੁਜ਼ਾਰਾ ਕਰਨ ਲਈ ਇੰਟਰਨੈਸ਼ਨਲ ਸਟੂਡੈਂਟਸ ਦੇ ਢੂਈ 'ਤੇ ਚਲਾ ਰਹੇ ਨੇ ਯੂਨੀਵਰਸਿਟੀ ਅਤੇ ਕਾਲਜ। ਉਹ ਗੱਲ ਗਲਤ ਆ ਅਤੇ ਆਪਾਂ ਫੈਡਰਲ ਖੇਤਰ ਤੋਂ ਫੰਡਿੰਗ ਵਧਾ ਕੇ ਇਹਦਾ ਹੱਲ ਕਰ ਸਕਦੇ ਹਾਂ। ਹੁਣ ਮੈਨੂੰ ਪਹਿਲਾ ਸਵਾਲ ਚੇਤਾ ਨਹੀਂ ਆ ਰਿਹਾ। ਹਾਂ, ਪਹਿਲਾ ਸਵਾਲ ਸੀਗਾ ਓਲਡ ਏਜ ਪੈਨਸ਼ਨ ਬਾਰੇ। ਆਪਣੀ ਇਸ ਸਾਲ ਦੇ ਕੈਂਪੇਨ ਦੇ ਵਿੱਚ ਆਪਾਂ ਇਹ ਗੱਲ ਦੇਖੀ ਹੈ ਕਿਉਂਕਿ ਆਪਾਂ ਇਹ ਗੱਲ ਦੇਖੀ ਆ ਅਤੇ ਇਹਦਾ ਹੱਲ ਵੀ ਆਪਾਂ ਪੇਸ਼ ਕੀਤਾ। ਕਈ ਲੋਕ ਗੈਰੰਟੀਡ ਇਨਕਮ ਦੀ ਗੱਲ ਕਰ ਰਹੇ ਨੇ ਕਿ ਲੋਕਾਂ ਨੂੰ ਥੋੜ੍ਹੀ ਜਿਹਾ ਮਿਨੀਮਮ ਇਨਕਮ ਮਿਲਣਾ ਚਾਹੀਦਾ। ਆਪਾਂ ਪ੍ਰਪੋਜ਼ ਕੀਤਾ ਕਿ ਆਪਾਂ ਬਜ਼ੁਰਗਾਂ ਲਈ ਅਤੇ ਜਿਹਨੂੰ ਡਿਸੇਬਿਲਿਟੀ ਹੈਗਾ ਉਹ ਦੋ ਲੋਕਾਂ ਵਾਸਤੇ ਆਪਾਂ ਚਾਹੁੰਦੇ ਹਾਂ ਕਿ ਘੱਟੋ ਘੱਟ $2,000 ਪਰ ਮਹੀਨਾ ਗੈਰੰਟੀਡ ਇਨਕਮ ਹੋਵੇ। ਸੋ ਆਪਾਂ ਜਿਹੜੇ OAS GIS ਨੂੰ ਕੰਬਾਈਨ ਕਰਕੇ ਅਤੇ ਵਧਾ ਕੇ ਆਪਾਂ ਕੀ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਬਜ਼ੁਰਗ ਹੋਵੇ ਕਿ ਉਹਦੇ ਕੋਲ ਓਨਾ ਪੈਸੇ ਹੋਵੇ ਜਿਉਣ ਜੋਗੀ ਕਿ ਆਪਣਾ ਖਰਚਾ ਕਰਨ ਜੋਗੀ ਹੋਵੇ। ਸੋ ਇਸ ਕਰਕੇ ਆਪਾਂ ਉੱਥੇ ਪ੍ਰਪੋਜ਼ ਕਰ ਰਹੇ ਹਾਂ ਕਿ ਜਿਹੜਾ OAS ਨੂੰ ਕੁੱਲ
ਆਲਮੋਸਟ ਡਬਲ ਤੋਂ ਬਾਅਦ ਦਾ ਕਹਿ ਲਓ ਗੈਰੰਟੀਡ ਇਨਕਮ ਬਣਾਉਣਾ ਚਾਹੁੰਦੇ ਆ ਬਜ਼ੁਰਗਾਂ ਵਾਸਤੇ, ਤਾਂ ਕਿ ਉਹਨਾਂ ਦੇ ਪੂਰੀ ਖਰਚਾ ਹੋਵੇ ਅਤੇ ਉਹਨੂੰ ਆਪਾਂ ਇਨਫਲੇਸ਼ਨ ਤੌਰ 'ਤੇ ਵਧਾਉਂਦੇ ਰਹਾਂਗੇ। ਅਤੇ ਲੋਕ ਜਿਹੜੇ ਡਿਸੇਬਿਲਟੀ ਦੇ ਨਾਲ ਰਹਿ ਰਹੇ ਨੇ ਉਹਨਾਂ ਲਈ ਵੀ ਆਪਾਂ ਪ੍ਰਪੋਜ਼ ਕਰ ਰਹੇ ਹਾਂ ਕਿ ਉਹਨਾਂ ਲਈ ਇੱਕ ਇਹ ਸਹੂਲਤ ਹੋਵੇ ਉਹਨਾਂ ਦੀ ਰਾਖੀ ਵਾਸਤੇ, ਉਹਨਾਂ ਦੀ ਰਿਸਪੈਕਟ ਵਾਸਤੇ, ਕਿ ਆਪਣਾ ਖਰਚੇ ਪੂਰੇ ਕਰਨ। ਸੋ ਇਹ ਆਪਣੇ 2 ਪ੍ਰਪੋਜ਼ਲ ਹੈਗੇ ਪੰਜਾਬ ਤੋਂ ਜੀ। ਇੱਕ ਤਾਂ ਇਮੀਗ੍ਰੇਸ਼ਨ ਦੀ ਆਪਣੀ ਗੱਲ ਹੈਗੀ ਕਿ ਤੁਹਾਡੀ ਉੱਤੇ ਕੀ ਪਾਲਿਸੀ ਹੋਊਗੀ, ਜਿਹੜੇ ਲਿਬਰਲਸ ਤੇ ਟਾਰਗੇਟ ਆ ਉਹਦੇ 'ਤੇ ਤੁਹਾਡਾ ਕੀ ਰਿਵਿਊ ਆ, ਅਤੇ ਕੰਜ਼ਰਵੇਟਿਵ ਕਹਿ ਰਿਹਾ ਕਿ ਜੇ ਕਿਸੇ ਨੇ ਆਪਣੀ ਫਾਈਲ ਜਲਦੀ ਪ੍ਰੋਸੈਸ ਕਰਾਉਣੀ ਤਾਂ ਐਕਸਟਰਾ ਫੀਸ ਉਹ ਦੇ ਸਕਦੇ ਆ ਉਹਦੇ 'ਤੇ। ਇੱਕ ਹੈਗਾ ਤੁਸੀਂ ਪਿਛਲੀ ਇਲੈਕਸ਼ਨ 'ਚ ਵਾਅਦਾ ਕੀਤਾ ਸੀਗਾ ਕਿ ਇੰਟਰਨੈਟ ਦੇ ਬਿੱਲ ਜਿਹੜੇ ਉਹ ਘਟਣਗੇ, ਉਸ ਤੋਂ ਬਾਅਦ ਜਸਟਿਸ ਟਰੂਡੋ ਨੇ ਵੀ ਕੀਤਾ, ਸਰਕਾਰ ਤੋਂ ਬਾਅਦ ਐਲਾਨ ਵੀ ਕੀਤਾ ਉਹਨਾਂ ਨੇ। ਸੋ ਕਿੰਨਾ ਕੁ ਫਰਕ ਪਿਆ ਅਤੇ ਤੁਸੀਂ ਕਿੰਨੇ ਕੁ % ਉਹ ਬਿੱਲ ਘਟਾ ਸਕਦੇ ਹੋ, ਇੱਕ ਇਹਦੇ 'ਤੇ ਸਵਾਲ ਹੈ। ਓਕੇ ਜੀ, ਇਮੀਗ੍ਰੇਸ਼ਨ ਦੇ ਵਿੱਚ ਆਪਾਂ ਡਿਫਰੈਂਟ ਅਪਰੋਚ ਲੈਣਾ ਚਾਹੁੰਦੇ ਹਾਂ। ਲੋਟਰੀ ਸਿਸਟਮ ਕੰਜ਼ਰਵੇਟਿਵ ਨੇ ਸ਼ੁਰੂ ਕੀਤਾ, ਉਹ ਬਹੁਤ ਹੀ ਘਟੀਆ ਸਿਸਟਮ ਸੀਗਾ। ਲਿਬਰਲ ਨੇ ਕੈਪ ਲਾਇਆ ਕਿ ਸਿਰਫ ਇੰਨੇ ਕੁ ਹਜ਼ਾਰ ਲੋਕ ਆਪਣੀ ਫੈਮਲੀਜ਼ ਨੂੰ, ਪਰਿਵਾਰ ਨੂੰ ਇਕੱਠੀ ਕਰ ਸਕਦੇ। ਆਪਾਂ ਕੈਪ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ। ਆਪਾਂ ਚਾਹੁੰਦੇ ਹਾਂ ਹਰੇਕ ਨਿਵਾਸੀ ਕੋਲ ਪੂਰਾ ਹੱਕ ਹੋਵੇ ਕਿ ਆਪਣਾ ਪਰਿਵਾਰ ਨੂੰ ਇਕੱਠੇ ਕਰ ਸਕਣ। ਸੋ ਆਪਾਂ ਇਹ ਚਾਹੁੰਦੇ ਹਾਂ। ਇਮੀਗ੍ਰੇਸ਼ਨ ਨੂੰ ਆਪਾਂ ਇੱਕ ਤਾਕਤ ਸਮਝਦੇ ਹਾਂ, ਉਹਦੇ ਨਾਲ ਆਪਣਾ ਸਰਕਾਰ ਆਪਣਾ ਇਕੋਨਮੀ ਚੱਲ ਰਿਹਾ, ਵਧੀਆ ਚੱਲ ਰਿਹਾ, ਅਤੇ ਆਪਾਂ ਇਮੀਗ੍ਰੇਸ਼ਨ ਦੇ ਹੱਕ 'ਚ ਹੈਗੇ ਹਾਂ। ਜਿਹੜੀ ਸੈਲੂਲਰ ਫੋਨ ਅਤੇ ਇੰਟਰਨੈਟ ਫੀਸ ਆਪਾਂ ਸਭ ਤੋਂ ਸਾਡੇ ਦੇਸ਼ 'ਚ ਸਭ ਤੋਂ ਮਹਿੰਗਾ ਆ। ਬਾਕੀ ਜਿਹੜੇ ਸਾਡੇ ਵਰਗੇ ਦੇਸ਼ G7 OECD ਦੇਸ਼ ਦੇ ਵਿੱਚੋਂ ਆਪਾਂ ਸਭ ਤੋਂ ਜ਼ਿਆਦਾ ਦੇ ਰਹੇ ਹਾਂ ਜਿਹੜੀ ਸੈੱਲ ਫੋਨ ਫੀਸ। ਅਤੇ ਜਸਟਿਨ ਟਰੂਡੋ ਨੇ ਵਾਅਦਾ ਕੀਤਾ ਸੀਗਾ 2 ਸਾਲ ਪਹਿਲਾਂ ਕਿ ਉਹ $1000 ਘਟਾਊਗਾ ਆਮ ਪਰਿਵਾਰਾਂ ਲਈ ਉਹਨਾਂ ਦੇ ਖਰਚਾ, ਅਤੇ 2 ਸਾਲ ਹੋ ਗਏ। ਅਤੇ ਜਦੋਂ ਦਾ ਉਹਨੇ ਵਾਅਦਾ ਕੀਤਾ 2 ਸਾਲ ਹੋ ਗਏ, ਅਤੇ ਆਪਾਂ ਉਹਨਾਂ ਲਈ ਇੱਕ ਬਿੱਲ ਭੇਜਿਆ ਇੱਕ ਪ੍ਰੈਸ ਕਾਨਫਰੰਸ ਕਿ $2000 ਤੁਸੀਂ ਉਹ ਕਰਦੇ ਹੋ ਪਰਿਵਾਰਾਂ ਨੂੰ, ਕਿਉਂਕਿ ਤੁਸੀਂ ਘਟਾਏ ਨਹੀਂ ਕੁਛ। ਆਪਾਂ ਕੀ ਕਰਨਾ ਚਾਹੁੰਦੇ ਹਾਂ, ਕੁਛ ਗੱਲਾਂ। ਇੱਕ ਤਾਂ ਆਪਾਂ ਕੈਪ ਲਾਉਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਤੋਂ ਵੱਧ ਚਾਰਜ ਨਹੀਂ ਕਰ ਸਕਦੇ। ਅਤੇ ਕਿਸੇ ਨੇ ਕਿਹਾ ਕਿ ਆਪਾਂ ਕਿੱਦਾਂ ਕਰ ਸਕਦੇ ਹਾਂ, ਇਹ ਫੈਡਰਲ ਖੇਤਰ ਤੋਂ ਰੈਗੂਲੇਟ ਹੋ ਰਿਹਾ ਅਤੇ ਸਾਡੇ ਕੋਲ ਪੂਰੀ ਪਾਵਰ ਹੈ। ਅਤੇ ਅਮਰੀਕਾ ਅਤੇ ਆਸਟ੍ਰੇਲੀਆ ਦੋਨਾਂ ਨੇ ਕੈਪ ਲਾਇਆ ਸੀ ਜਿਹੜੇ ਕੀਮਤਾਂ ਨੂੰ ਘਟਾਉਣ ਵਾਸਤੇ। ਸੋ ਬਾਕੀ 2 ਦੇਸ਼ਾਂ ਨੇ ਆਲਰੇਡੀ ਕਰ ਚੁੱਕਾ, ਆਪਾਂ ਵੀ ਕਰ ਸਕਦੇ ਹਾਂ, ਆਪਾਂ ਕੈਪ ਲਾ ਸਕਦੇ ਹਾਂ। ਦੂਜੀ ਗੱਲ, ਆਪਾਂ ਮੈਂਡੇਟਰੀ ਬਣਾਉਣਾ ਚਾਹੁੰਦੇ ਹਾਂ ਕਿ ਜਿਹੜੀ ਅਨਲਿਮਿਟਿਡ ਪਲਾਨ ਵਾਕਈ ਅਨਲਿਮਿਟਿਡ ਹੋਵੇ, ਕਿ ਇਹ ਨਾ ਹੋਵੇ ਕਿ ਆਪਾਂ ਅਨਲਿਮਿਟਿਡ ਕਹਿੰਦੇ ਹਾਂ ਪਰ ਜਦੋਂ ਤੁਸੀਂ ਜ਼ਿਆਦਾ ਗਿਗ ਵਰਤਦੇ ਹੋ ਤਾਂ ਇੱਕਦਮ ਹੌਲੀ ਹੋ ਜਾਂਦਾ। ਆਲਮੋਸਟ ਇੱਦਾਂ ਹੁੰਦਾ ਕਿ ਤੁਹਾਡੇ ਕੋਲ ਇੰਟਰਨੈਟ ਹੈ ਹੀ ਨਹੀਂ, ਫਿਰ ਬਹੁਤ ਜ਼ਿਆਦਾ ਹੋਰ ਪੈਸੇ ਦੇਣੇ ਪੈਂਦੇ ਉਹਨੂੰ ਵਧਾਉਣ ਲਈ। ਸੋ ਆਪਾਂ ਉਹ ਗੱਲ ਨੂੰ ਮੈਂਡੇਟਰੀ ਸੱਚੀ ਮੁੱਚੀ ਇੰਟਰਨੈਟ ਨੂੰ ਅਨਲਿਮਿਟਿਡ ਕਰਨਾ ਚਾਹੁੰਦੇ ਹਾਂ। ਅਤੇ ਹੋਰ ਵੀ ਸਾਡੇ ਕੋਲ ਢਾਂਚੇ ਹੈਗੇ, ਪਾਲਿਸੀਜ਼ ਹੈਗੇ ਜਿਹਦੇ ਨਾਲ ਆਪਾਂ ਇਹਨੂੰ ਕਾਫੀ ਘਟਾ ਸਕਦੇ ਹਾਂ। ਆਪਾਂ ਵਾਅਦਾ ਕਰ ਰਹੇ ਹਾਂ ਕਿ ਆਪਾਂ ਘਟਾਵਾਂਗੇ, ਆਪਾਂ ਪੂਰਾ ਮੁਕਾਬਲਾ ਕਰਨ ਨੂੰ ਤਿਆਰ ਹੈਗੇ ਹਾਂ। ਇੱਕ ਮੋਨੋਪੋਲੀ ਬਣੀ ਹੋਈ ਹੈ, ਸਿਰਫ 3 ਵੱਡੇ ਕੰਪਨੀ, 3 ਜਾਂ 4 ਕਹਿ ਲਓ, ਜਿਹੜੇ ਬਹੁਤ ਹੀ ਜ਼ਿਆਦਾ ਆਮ ਬੰਦੇ ਨੂੰ, ਮੈਂ ਸਖਤ ਲਫ਼ਜ਼ ਵਰਤਾਂ, ਸਾਨੂੰ ਲੁੱਟ ਰਹੇ ਨੇ, ਅਤੇ ਉਹਨੂੰ ਮੈਂ ਖਤਮ ਕਰਨਾ ਚਾਹੁੰਦਾ ਜਿਹੜਾ ਸਾਡੇ ਨਾਲ ਐਕਸਪਲੋਇਟੇਸ਼ਨ ਹੋ ਰਹੀ ਹੈ। So I wanted to understand from you how would have you taken differently, or how would have you reacted differently in regards to Canada-China relations? And if Liberals come in minority once again, would you be happy to be in coalition again? ਮੈਂ ਪ੍ਰਧਾਨ ਮੰਤਰੀ ਦੀ ਦੌੜ 'ਚ ਹੈਗਾ ਹਾਂ। ਮੈਂ ਆਪਣਾ ਕੋਈ ਹਾਰ ਨਹੀਂ ਮੰਨ ਰਿਹਾ ਅਤੇ ਨਾ ਮੈਂ ਹਾਰ ਮੰਨੂਗਾ। ਇਹ ਕੈਨੇਡੀਅਨ ਨਿਵਾਸੀਆਂ ਦਾ ਹੱਕ ਹੈ ਅਤੇ ਉਹ ਚੁਣਨਗੇ ਅਗਲੀ ਸਰਕਾਰ, ਅਤੇ ਉਹਨਾਂ ਦੀ ਮਰਜ਼ੀ ਹੈ। ਪਰ ਮੇਰੇ ਪੱਖੋਂ ਮੈਂ ਕਹਿੰਦਾ ਕਿ 4 ਹੋਰ ਸਾਲ ਜਸਟਿਨ ਟਰੂਡੋ ਜੇ ਪ੍ਰਧਾਨ ਮੰਤਰੀ ਬਣੇ ਤਾਂ ਲੋਕਾਂ ਨੂੰ ਨੁਕਸਾਨ ਹੋਊਗਾ। 6 ਸਾਲ ਦੇ ਵਿੱਚ ਜਿਹੜੇ ਸਾਨੂੰ ਲੋੜਾਂ ਸੀਗੇ ਉਹ ਸਗੋਂ ਹੋਰ ਮਾੜੇ ਹੋ ਗਏ ਚੰਗੇ ਹੋਣ ਦੇ ਬਜਾਏ। ਨਾਲ ਦੇ ਨਾਲ ਮੈਂ ਇਹ ਕਹਿਣਾ ਕਿ ਜੇ ਇਹਨੂੰ ਟੂਲ ਬਣਦਾ ਪ੍ਰਧਾਨ ਮੰਤਰੀ, ਉਹ ਵੀ ਲੋਕਾਂ ਵਾਸਤੇ ਮਾੜਾ ਹੋਊਗਾ। ਉਹਨੇ ਆਪ ਦਿਖਾਇਆ ਕਿ ਕਿੱਦਾਂ ਸਿਹਤ ਸੇਵਾਵਾਂ ਦੇ ਵਿੱਚ ਕਟੌਤੀਆਂ ਲੈ ਕੇ ਆਏ। ਇਸ ਕਰਕੇ ਮੈਂ ਕਹਿੰਦਾ ਕਿ ਜੇ ਆਪਾਂ ਬਦਲਾਅ ਲੈ ਕੇ ਆਉਣਾ ਚਾਹੁੰਦੇ ਹਾਂ, ਆਪਾਂ ਉਹ 2 ਪੁਰਾਣੇ ਆਪਸ਼ਨ ਚੁਣਨ ਦੇ ਸਾਨੂੰ ਕੋਈ ਫਾਇਦਾ ਨਹੀਂ। ਆਪਾਂ NDP ਦੇ ਵੱਲ ਚੱਲੀਏ ਤਾਂ ਕਿ ਆਪਾਂ ਲੋਕਾਂ ਦੇ ਵਾਸਤੇ ਕੰਮ ਕਰੀਏ, ਲੋਕਾਂ ਦੇ ਭਲਾ ਵਾਸਤੇ ਚੇਂਜਸ ਲੈ ਕੇ ਆਈਏ। Your campaign criticized Liberal Granville candidate Tlaib Noor Mohammed for buying and selling 41 properties since 2005. As this event was taking place, he sent us a response. I'd like to read part of it to you and get you to weigh in on that and answer whether you think this satisfies your criticisms of the hypocrisy. So part of his statement reads, "While I have had business activities improving homes
homes and would have been impacted by such measures to cool the housing market had they been in place. I am fully supportive of the Liberal plan. I have always been consistent in my support for a variety of measures to make housing more affordable, and as the MP for Vancouver Granville, it will remain a top priority. 6 ਸਾਲ ਲਈ ਜੇ ਜਸਟਿਨ ਟਰੂਡੋ ਜਦੋਂ ਪ੍ਰਧਾਨ ਮੰਤਰੀ ਰਿਹਾ 6 ਸਾਲ ਲਈ ਜੇ ਚਾਹੁੰਦਾ ਸੀਗਾ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਕੋਈ ਹੱਲ ਲੈ ਕੇ ਆਉਣਾ ਜਾਂ ਜਿਹੜਾ ਮਾੜਾ ਹਾਲ ਨੂੰ ਹੋਰ ਚੰਗਾ ਕਰਨਾ ਤਾਂ 6 ਸਾਲ ਦੇ ਵਿੱਚ ਕਿਉਂ ਨਹੀਂ ਕੀਤਾ ਸਗੋਂ 6 ਸਾਲ ਦੇ ਵਿੱਚ ਹਾਲਾਤਾਂ ਹੋਰ ਮਾੜੇ ਹੋ ਗਏ ਚੰਗੇ ਹੋਣ ਦੇ ਬਜਾਏ ਹੋਰ ਮਾੜੇ ਹੋ ਗਏ ਅਤੇ ਹੁਣ ਵਾਅਦਾ ਕਰਦਾ ਕਿ ਹਾਂ ਹੁਣ ਆਪਾਂ ਠੀਕ ਕਰਾਂਗੇ ਹੁਣ ਆਪਾਂ ਕਿੱਦਾਂ ਯਕੀਨ ਕਰ ਸਕਦੇ ਹਾਂ ਕਿ ਹੁਣ ਇੱਕ ਦਿਨ ਉੱਠ ਕੇ ਕਹਿੰਦਾ ਕਿ ਹੁਣ ਆਪਾਂ ਠੀਕ ਕਰਾਂਗੇ ਜਦੋਂ 6 ਸਾਲ ਪਾਵਰ 'ਚ ਸੀਗਾ ਅਤੇ ਕੁਛ ਨਹੀਂ ਕੀਤਾ ਸਗੋਂ ਕੁਛ ਨਹੀਂ ਕੀਤਾ ਉਹਨੇ ਸਗੋਂ ਹੋਰ ਮਾੜਾ ਹੋਣ ਦਿੱਤਾ ਸੋ ਆਮ ਬੰਦੇ ਕਹਿੰਦੇ ਕਿ ਆਪਾਂ ਕਿੱਦਾਂ ਯਕੀਨ ਕਿਵੇਂ ਵਿਸ਼ਵਾਸ ਕਰ ਸਕਦੇ ਕਿ ਹੁਣ ਠੀਕ ਕਰੂਗਾ ਜਦੋਂ 6 ਸਾਲ ਲਈ ਨਹੀਂ ਠੀਕ ਕੀਤਾ ਸਗੋਂ ਹੋਰ ਮਾੜਾ ਹੋਣ ਦਿੱਤਾ ਸੋ ਇਹ ਗੱਲ ਆ ਅਤੇ ਉਹਦੇ ਹੁਣ ਟੀਮਮੇਟ ਦੇ ਵਿੱਚ ਇਲਜ਼ਾਮ ਲੱਗ ਰਿਹਾ ਕਿ ਉਹ ਵੀ ਇਸ ਸਟਾਕ ਮਾਰਕੀਟ ਦੀ ਖੇਡ ਹਾਊਸਿੰਗ ਮਾਰਕੀਟ ਨੂੰ ਸਟਾਕ ਮਾਰਕੀਟ ਵਾਂਗੂ ਖੇਡ ਰਿਹਾ ਸੀਗਾ ਇਹ ਇਲਜ਼ਾਮ ਲੱਗ ਰਿਹਾ ਅਤੇ ਸਾਨੂੰ ਆਮ ਬੰਦੇ ਵਾਂਗੂ ਸ਼ੱਕ ਆ ਕਿ ਨਹੀਂ ਬਾਕੀ ਇਹਦਾ ਹੱਲ ਨਹੀਂ ਕਰਨਾ ਚਾਹੁੰਦਾ ਆਪਾਂ ਕਰਨਾ ਚਾਹੁੰਦੇ ਹਾਂ ਨਿਊ ਡੈਮੋਕ੍ਰੈਟਸ ਇਹਦਾ ਹੱਲ ਕਰਾਂਗੇ ਅਤੇ ਆਪਾਂ ਆਮ ਬੰਦਿਆਂ ਵਾਸਤੇ ਢਾਂਚਾ ਬਣਾਵਾਂਗੇ ਹਾਊਸਿੰਗ ਮਾਰਕੀਟ ਬਣਾਵਾਂਗੇ ਜਿਹਦੇ 'ਚ ਉਹ ਆਮ ਬੰਦਾ ਘਰ ਖਰੀਦਣ ਜੋਗੀ ਹੋਵੇ ਸੋ ਇਸ ਤਰੀਕੇ ਨਾਲ ਜਗਮੀਤ ਸਿੰਘ ਨੇ ਜੋ ਪੰਜਾਬੀ ਮੀਡੀਆ ਵੱਲੋਂ ਸਵਾਲ ਕੀਤੇ ਗਏ ਇਕੱਲੇ ਸਵਾਲ ਦਾ ਉਹਨਾਂ ਨੇ ਜਵਾਬ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਇਹ ਦੁਹਰਾਇਆ ਕਿ ਉਹ ਖੁਦ ਪ੍ਰਧਾਨ ਮੰਤਰੀ ਬਣਨ ਲਈ ਜਿਹੜਾ ਵਾ ਇਸ ਇਲੈਕਸ਼ਨ 'ਚ ਦੌੜ ਰਹੇ ਨੇ ਨਾ ਕਿ ਕਿਸੇ ਹੋਰ ਨੂੰ ਨਾ ਕਿਸੇ ਨਾਲ ਜੋੜ ਕੇ ਸਰਕਾਰ ਬਣਾਉਣ ਦੇ ਲਈ ਔਰ ਨਾਲ ਹੀ ਉਹਨਾਂ ਨੇ ਜਿਹੜੇ ਪਿਛਲੀ ਵਾਰ ਜਸਟਿਨ ਟਰੂਡੋ ਹੋਣਾ ਵੱਲੋਂ ਵਾਅਦੇ ਕੀਤੇ ਗਏ ਸੀ ਕਿਉਂਕਿ ਵੱਧ ਨਿਸ਼ਾਨਾ ਇਸ ਵਕਤ ਤੋਂ ਜਸਟਿਨ ਟਰੂਡੋ ਹੋਣਾ 'ਤੇ ਵਾਰ ਰਿਹਾ ਹਾਲਾਂਕਿ ਨਾਲ ਕੰਜ਼ਰਵੇਟਿਵ ਹੋਣ 'ਤੇ ਵੀ ਉਹ ਕਹਿ ਰਿਹਾ ਕਿ ਜੇਕਰ ਐਰਨ ਅਟੂਲ ਪ੍ਰਧਾਨ ਮੰਤਰੀ ਬਣੇ ਤਾਂ ਉਹ ਵੀ ਜਿਹੜਾ ਵਾ ਉਹ ਚੰਗਾ ਨਹੀਂ ਹੋਊਗਾ ਕਿਉਂਕਿ ਉਹਨਾਂ ਨੇ ਦੋਸ਼ ਲਾਇਆ ਕਿ ਸਿਹਤ ਸੇਵਾਵਾਂ ਦੇ ਵਿੱਚ ਜਿਹੜਾ ਉਹ ਕਟੌਤੀ ਕਰ ਸਕਦੇ ਆ ਜਾਂ ਪ੍ਰਾਈਵੇਟ ਸੈਕਟਰ ਜ਼ਿਆਦਾ ਹਾਵੀ ਹੋ ਸਕਦਾ ਆ ਜੋ ਕਿ ਹੋਰ ਮਹਿੰਗਾ ਪਵੇਗਾ ਔਰ ਨਾਲ ਹੀ ਜਿਹੜਾ ਇੱਕ ਹਾਊਸ ਅਫੋਰਡੇਬਿਲਟੀ ਉੱਤੇ ਜਿਹੜੀ ਇਸ ਵਕਤ ਲਗਾਤਾਰ ਗੱਲ ਚੱਲ ਰਹੀ ਹੈ ਉਹਦੇ ਸੰਬੰਧੀ ਵੀ ਉਹਨਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਕਿ NDP ਇਸ ਕ੍ਰਾਈਸਿਸ ਨੂੰ ਜਿਹੜਾ ਉਹ ਘੱਟ ਕਰੇਗੀ ਸੋ ਲਗਭਗ 19-20 ਦਿਨ ਦਾ ਸਮਾਂ ਹਲੇ ਚੋਣਾਂ 'ਚ ਬਾਕੀ ਆ ਸੋ ਹਲੇ ਕੰਪੇਨ ਲਗਾਤਾਰ ਜਾਰੀ ਆ ਸੋ ਉਹ ਅਗਲੀਆਂ ਵੀ ਜਿਹੜੀਆਂ ਅਪਡੇਟਸ ਹੋਣਗੀਆਂ ਅਸੀਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਦੇਖਦੇ ਰਹੋ TV ਪੰਜਾਬ।